ਵਾਹਿਗੁਰੂ ਜੀ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਆ ਹੈ ਔਰ ਆਪਣੀ ਅੰਮ੍ਰਿਤ ਬਾਣੀ ਬਖਸ਼ੀ। ਰੋਮ ਰੋਮ ਕਰਕੇ ਗੁਰੂ ਨਾਨਕ ਦਾ ਧੰਨਵਾਦ ਕਰੀਏ, ਜਿਨ੍ਹਾਂ ਨੇ ਸਾਡੇ ਸਵਾਸ ਸਫਲੇ ਕਰਨ ਵਾਸਤੇ ਇਹੋ ਜਿਹੀ ਅੰਮ੍ਰਿਤ ਬਾਣੀ ਬਖਸ਼ੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਨੇ ਇਹ ਅੰਮ੍ਰਿਤ ਆਪਣੀ ਰਸਨਾ ਤੋਂ ਅਰਥਾਂ ਦੀ ਪਰੰਪਰਾ ਤੋਰੀ ਤੇ ਵਿਆਖਿਆ ਆਪਣੀ ਰਸਨਾ ਤੋਂ ਕੀਤੀ ਤੇ ਬਖਸ਼ੀ ਹੈ। 21 ਪੌੜੀਆਂ ਤੱਕ ਕਥਾ ਹੋ ਚੁੱਕੀ। ਮਹਾਰਾਜ ਨੇ ਕਰਵਾਈ ਹੈ, ਅੱਗੇ ਸਤਿਗੁਰੂ ਕਰਵਾ ਲੈਣ। ਇਉਂ ਬੇਨਤੀ ਕਰੀਏ, 22ਵੀਂ ਪੌੜੀ ਸ਼ੁਰੂ ਹੋ ਰਹੀ ਹੈ। ਜਿਸ ਪ੍ਰਕਾਰ ਸਿੱਧਾ ਨੇ ਸਰਲ ਜਿਹਾ ਪ੍ਰਸ਼ਨ ਕੀਤਾ ਹੈ, ਕੋਈ ਬਹੁਤਾ ਔਖਾ ਨਹੀਂ। ਇਸ ਕਰਕੇ ਇਸ ਪੌੜੀ ਦੇ ਅਰਥ ਵੀ ਬਹੁਤੇ ਔਖੇ ਨਹੀਂ। ਜਦੋਂ ਪ੍ਰਸ਼ਨ ਗੂੜਾ ਹੁੰਦਾ ਹੈ, ਅਰਥ ਵੀ ਔਖੇ ਹੋ ਜਾਂਦੇ। ਉਹਨਾਂ ਨੇ ਕਿਹਾ, ਮਹਾਰਾਜ ਜੋ ਕਰਤੇ ਪੁਰਖ ਦੀ ਇਹ ਰਚਨਾ ਹੈ, ਉਹਦੇ ਤੇ ਚਰਚਾ ਕਰਦਿਆਂ ਹੋਏ ਕਹਿਣ ਲੱਗੇ, ਜੀ ਕੁਝ ਲੋਕ ਕਹਿੰਦੇ ਹੈ, ਕੁਝ ਗ੍ਰੰਥ ਕਹਿੰਦੇ ਨੇ, ਕੁਝ ਧਰਮ ਕਹਿੰਦੇ ਨੇ ਕਿ 3 ਲੋਕ ਹਨ। ਮਾਤ ਲੋਕ ਹੈ, ਪਤਾਲ ਲੋਕ ਹੈ, ਸਵਰਗ ਲੋਕ ਹੈ। ਤੇ ਕੁਝ ਲੋਕ ਕਹਿੰਦੇ ਨੇ 14 ਭਵਨ ਹਨ। ਤੇ ਇਸਲਾਮ ਧਰਮ ਵਾਲੇ ਨੇ ਉਸੇ ਸ਼ਬਦ ਨੂੰ 14 ਤਬਕ ਕਿਹਾ ਹੈ। 7 ਪਤਾਲ ਮੰਨੇ, 7 ਆਕਾਸ਼ ਮੰਨੇ। ਇਹ ਸਾਰੇ ਧਰਮਾਂ ਦੀ ਆਪਸ ਵਿੱਚ ਹੀ ਵਿਚਾਰ ਹੈ ਤੇ ਕੁਝ ਫਰਕ ਵੀ ਹੈ। ਤੇ ਅਸੀਂ ਹੁਣ ਤੁਹਾਡੇ ਕੋਲੋਂ ਪੁੱਛਦੇ ਹਾਂ, ਤੁਸੀਂ 14 ਤਬਕ ਜਿਹੜੇ ਮੰਨੇ ਨੇ ਉਹਦੇ ਨਾਲ ਸਹਿਮਤ ਹੋ, ਜਾਂ ਜਿਹੜੇ 3 ਲੋਕ ਮੰਨੇ ਆ ਉਹਦੇ ਨਾਲ? ਇਹਨਾਂ ਚੋਂ ਕਿਹੜੀ ਗੱਲ ਤੇ ਨਿਸ਼ਚਾ ਕਰਦੇ ਹੋ ਤੁਸੀਂ? ਗਰੀਬ ਨਵਾਜ਼ ਸਤਿਗੁਰੂ ਕਹਿੰਦੇ, ਮੈਂ ਸੱਚ ਤੇ ਨਿਸ਼ਚਾ ਕਰਦਾ ਹਾਂ। ਕਹਿਣ ਲੱਗੇ, ਜੀ ਇਹ ਤਾਂ ਕੋਈ ਜਵਾਬ ਨਹੀਂ ਹੋਇਆ ਵੀ 3 ਲੋਕ ਕਹਿੰਦੇ, ਜੋ ਸਚਾਈ ਹੈ ਉਹ ਇਸ ਤੋਂ ਵੀ ਪਰੇ ਹੈ। 3 ਲੋਕ ਵੀ ਹੈ, 14 ਤਬਕ ਵੀ, ਪਰ ਕੇਵਲ ਇਹੀ ਨਹੀਂ ਹਨ, ਇਹਨਾਂ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਹੈ। ਕਹਿੰਦੇ, ਜੀ ਫਿਰ ਆਪ ਵਰਣਨ ਕਰੋ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ 22ਵੀਂ ਪੌੜੀ ਉਚਾਰਨ ਕੀਤੀ। ਅੱਖਰਾਂ ਵਿੱਚ ਧਿਆਨ ਰੱਖੋ ਤਾਂ ਕਿ ਵਿਸਰਾਮਾਂ ਦਾ ਪਤਾ ਲੱਗਦਾ ਜਾਏ, ਉਚਾਰਨ ਭੇਦ ਸਾਡੇ ਸਮਝ ਆਉਣ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ, ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਇਹਦਾ ਸ਼ਬਦ ਦਾ ਜਿਹੜਾ ਲੱਲਾ ਤੇ ਖੱਖਾ, ਪਾਤਾਲਾਂ ਪਾਤਾਲ ਲਖ, ਇਹ ਅਧਿਕ ਸਹਿਤ ਪਾਠ ਹੈ। ਲਖ ਨਹੀਂ ਕਰਨਾ, ਲਖ ਉਚਾਰਨ ਕਰਨਾ, ਅਧਿਕ ਸਹਿਤ। ਉਸ ਤਰ੍ਹਾਂ ਇਹ ਦੇਲੀ ਦੀਪਕ ਹੈ, ਅਰਥਾਂ ਵਿੱਚ ਦੋਨੇ ਪਾਸੇ ਜਾਊਗਾ। ਪਾਠ ਦੀ ਚਾਲ ਦੇ ਨਾਲ ਇੱਥੇ ਹੈ ਤੇ ਅਰਥਾਂ ਵਿੱਚ ਪਤਾਲਾਂ ਨਾਲ ਵੀ ਲੱਗੂਗਾ, ਆਕਾਸ਼ਾਂ ਨਾਲ ਵੀ ਲੱਗੂਗਾ। ਉਹ ਹੈ ਅਰਥ ਦੀ ਬਾਤ। ਤੁਸੀਂ ਜਿਹੜੇ ਪਾਠ ਕਰਨ ਵਾਲੇ ਹੋ, ਤੁਸੀਂ ਇਹਦਾ ਧਿਆਨ ਰੱਖਣਾ ਹੈ। ਇਹਦਾ ਪਾਠ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ, ਪਾਤਾਲਾਂ ਪਾਤਾਲ ਲਖ। ਮਨ ਕਹਿੰਦੇ ਸਿੱਧੋ, ਪਾਤਾਲਾਂ ਪਾਤਾਲ ਲਖ, ਜਿਹੜੀ ਪਤਾਲਾਂ ਦਰ ਪਾਤਾਲ ਲੱਖਾਂ ਹੀ ਨਹੀਂ, ਕਿਉਂਕਿ ਪਾਤਾਲਾਂ ਬਹੁ ਵਚਨ ਹੈ। ਲੱਖ ਇੱਕ ਵਚਨ ਸਮਝ ਕੇ ਧੋਖਾ ਨਹੀਂ ਖਾਣਾ। ਇਹਦਾ ਮਤਲਬ ਹੈ ਲੱਖਾਂ ਹੀ ਪਾਤਾਲਾਂ ਨੇ ਅਤੇ ਲੱਖਾਂ ਹੀ ਆਕਾਸ਼ ਨੇ। ਆਕਾਸ਼ਾਂ ਅੰਦਰ ਆਕਾਸ਼ ਵੀ ਲੱਖਾਂ ਹੀ ਨੇ। ਇੱਥੇ 14 ਜਾਂ 3 ਲੋਕਾਂ ਦੀ ਗੱਲ ਨਹੀਂ ਹੈ। ਸਚਾਈ ਇਹ ਹੈ। ਲੱਖ ਨੂੰ ਦੇਲੀ ਦੀਪਕ ਹੈ। ਦੇਲੀ ਤੇ ਦੀਵਾ ਰੱਖਦੇ ਹੀ ਹੈ। ਚਾਨਣਾ ਵਿਹੜੇ 'ਚ ਵੀ ਹੁੰਦਾ, ਅੰਦਰ ਵੀ ਹੁੰਦਾ। ਅਰਥ ਰੂਪ ਦੇ ਅੰਦਰ ਲੱਖ ਸ਼ਬਦ ਦਾ ਗਿਆਨ ਦਾ ਚਾਨਣਾ ਆਕਾਸ਼ਾਂ ਵਾਲੇ ਪਾਸੇ ਨੂੰ ਵੀ, ਪਤਾਲਾਂ ਵਾਲੇ ਪਾਸੇ ਨੂੰ ਵੀ। ਲੱਖਾਂ ਹੀ ਪਤਾਲ, ਲੱਖਾਂ ਹੀ ਆਕਾਸ਼। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ,
ਕਿ ਉਸ ਪਰਮੇਸ਼ਰ ਦਾ ਕੋਈ ਇਹ ਅੰਤ ਨਹੀਂ ਪਾਇਆ ਜਾ ਸਕਦਾ। ਤੇ ਇਹ ਜਿਹੜਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਥੇ ਲੱਖ ਸ਼ਬਦ ਵਿਚਾਲੇ ਰੱਖ ਕੇ ਦੋਨੇ ਪਾਸੇ ਲਾਇਆ ਹੈ। ਅਣਗਿਣਤ ਦਾ ਵਾਚਕ, ਕਿ ਗਿਣਤੀ ਨਹੀਂ ਕਿ ਵੀ ਇਕੱਲੀ 1 ਲੱਖ ਦੀ ਉਹ ਪੱਕੀ ਗਿਣਤੀ ਹੈ ਵੀ 1 ਲੱਖ, ਲੱਖ ਤਾਂ ਫਿਰ ਗਿਣਿਆ ਗਿਆ। ਤੇ ਉਹਦੇ ਚ ਫਿਰ ਇਹ ਦੂਸਰਾ ਅਰਥ ਕਿ ਜਾਣ ਲੈਣਾ, ਲੱਖ ਨਾਮ ਜਾਣਨ ਦਾ ਵੀ ਹੁੰਦਾ ਹੈ। ਲੱਖੀਨ ਤੇ ਇਸ ਪ੍ਰਕਾਰ ਫਿਰ ਇਹਦੇ ਵਿੱਚ ਇੱਕ ਵੀਪਸਾ ਅਲੰਕਾਰ ਹੁੰਦਾ ਹੈ। ਇਹ ਅਲੰਕਾਰ ਵਰਤਿਆ ਮਾਨੇ ਵੀਪਸਾ ਅਲੰਕਾਰ। ਵੀਪਸਾ ਅਲੰਕਾਰ ਉਹਨੂੰ ਕਹਿੰਦੇ ਨੇ ਤੇ ਜਿਹਦੇ ਵਿੱਚ ਕ੍ਰੋਧ ਤੇ ਆਨੰਦ ਦੇ ਸਹਿਤ ਉਚਾਰਨ ਕੀਤੇ ਹੋਏ ਇੱਕ ਪਦ ਨੂੰ ਬਹੁ ਵਾਰੀ ਵਰਤਿਆ ਹੋਵੇ, ਉਹਦੇ ਚ ਪੁਨਰਕਤ ਦੋਸ਼ ਨਹੀਂ ਹੁੰਦਾ। ਇਹ ਕੁਝ ਵਿਦਵਾਨਾਂ ਦੀ ਬਾਤ ਹੈ, ਇਹਦੇ ਚ ਬਹੁਤ ਹੀ ਤੁਹਾਡੇ ਕੰਮ ਆਉਣ ਵਾਲੀ ਗੱਲ ਨਹੀਂ। ਜਦੋਂ ਅੱਗੇ ਚੱਲੋਗੇ ਫਿਰ ਤੁਹਾਡੇ ਕੰਮ ਆਊ। ਤੇ ਮਹਾਰਾਜ ਸਾਹਿਬ ਜੀ ਫਿਰ ਅੱਗੇ ਕਹਿੰਦੇ ਨੇ ਵੀ ਇਹ ਲੱਖਾਂ ਪਤਾਲਾਂ ਲੱਖਾਂ ਆਕਾਸ਼, ਇਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਓੜਕ ਓੜਕ ਭਾਲ ਥਕੇ ਵੇਦ ਕਹਿਨ ਇੱਕ ਬਾਤ। ਪਾਤਾਲਾਂ ਦੇ ਓੜਕ, ਓੜਕ ਨਾਮ ਹੁੰਦਾ ਅੰਤ ਦਾ, ਸਿਰੇ ਦਾ, ਵੀ ਉੱਥੇ ਤੱਕ ਪਹੁੰਚ ਜਾਣਾ। ਤੇ ਪਾਤਾਲਾਂ ਦੇ ਸਿਰੇ ਨੂੰ ਤੇ ਆਕਾਸ਼ਾਂ ਦੇ ਓੜਕ, ਇਹ ਅੰਤ ਨੂੰ, ਸਿਰੇ ਨੂੰ ਪਾਲਣ ਵਾਲਿਆਂ ਨੇ ਲੱਭਣ ਦਾ ਯਤਨ ਤਾਂ ਕੀਤਾ ਪਰ ਥੱਕ ਗਏ, ਉਹਨਾਂ ਦਾ ਅੰਤ ਹੋ ਗਿਆ। ਜਦੋਂ ਕੋਈ ਥੱਕ ਜਾਂਦਾ ਬਹਿ ਜਾਂਦਾ। ਦੂਸਰਾ ਭਾਵ ਹੈ ਵੀ ਪਤਾਲੀ ਜੀਵਾਂ ਨੇ ਵੀ ਓੜਕ ਅੰਤ ਅਤੇ ਆਕਾਸ਼ੀ ਜੀਵਾਂ ਨੇ ਵੀ ਓੜਕ ਅੰਤ ਨੂੰ ਭਾਲ ਲੱਭਦੇ ਹੋਏ ਥੱਕ ਗਏ। ਤੇ ਹਿੰਦੂ ਧਰਮ ਦੇ ਅੰਦਰ ਬੜੇ ਬੜੇ ਸ਼ਕਤੀ ਵਾਲੀ ਜਿਨ੍ਹਾਂ ਦੇ ਵਿੱਚ ਸਮਰੱਥਾ, ਉਹਨਾਂ ਦੀ ਓੜਕ ਅੰਤ ਭਾਲਦੇ ਥੱਕ ਗਏ। ਇਸਲਾਮ ਵਾਲੇ ਵੀ ਬਾਕੀ ਹੋਰ ਧਰਮਾਂ ਦੇ ਵੀ ਭਾਲਦੇ ਹੋਏ ਥੱਕ ਗਏ ਨੇ, ਪਰ ਅੰਤ ਕਿਸੇ ਨੂੰ ਨਹੀਂ ਪਾਇਆ। ਦੇਵਤਿਆਂ ਨੇ ਵੀ ਓੜਕ ਅੰਤ ਭਾਲਦੇ ਹੋਏ ਥੱਕ ਗਏ, ਰਾਖਸ਼ ਵੀ ਓੜਕ ਭਾਲਦੇ ਹੋਏ ਥੱਕ ਗਏ। ਤੇ ਇਸ ਕਰਕੇ ਇਹਨਾਂ ਪਤਾਲਾਂ ਤੇ ਆਕਾਸ਼ਾਂ ਦਾ ਓੜਕ ਤੇ ਅੰਤ ਭਾਲ ਲੱਭਦੇ ਹੋਏ ਓੜਕ ਅਖੀਰ ਨੂੰ ਅੰਤ ਨੂੰ ਆਪ ਹੀ ਥੱਕ ਕੇ ਅੰਤ ਹੋ ਗਿਆ ਉਹਨਾਂ ਦਾ। ਪਰਮੇਸ਼ਰ ਬੇਅੰਤ ਹੀ ਰਿਹਾ। ਅਖੇ ਜੀ ਇਹ ਗੱਲ ਨੂੰ ਤੁਸੀਂ ਕਹਿੰਦੇ ਹੋ, ਕੋਈ ਪ੍ਰਮਾਣ ਵੀ ਹੈ ਤੁਹਾਡੇ ਕੋਲ? ਸਿੱਧਾ ਨੇ ਪੁੱਛਿਆ। ਤੇ ਮਹਾਰਾਜ ਸਾਹਿਬ ਜੀ ਫਿਰ ਇਹਦਾ ਉੱਤਰ ਦੇਣਗੇ ਕਿ ਇਕੱਲਾ ਮੈਂ ਹੀ ਨਹੀਂ ਕਹਿੰਦਾ, ਅੱਗੇ ਚੱਲ ਕੇ ਦੱਸਣਗੇ। ਓੜਕ ਓੜਕ ਭਾਲ ਸਕੇ ਤੇ ਤੁਹਾਡੇ ਵਿੱਚੋਂ ਵੀ ਸਿੱਧੋ ਤੁਸੀਂ ਵੀ ਬੜਾ ਕੁਛ ਸ਼ਕਤੀਆਂ ਵਾਲੇ ਹੋ, ਤੁਸੀਂ ਵੀ ਤਾਂ ਬਹੁਤ ਭਾਲ ਕੀਤੀ ਹੈ। ਸ਼ਕਤੀਆਂ ਨਾਲ ਆਕਾਸ਼ ਵਿੱਚ ਉੱਡ ਜਾਂਦੇ ਹੋ, ਪਤਾਲਾਂ ਚਲੇ ਛੁਪ ਜਾਂਦੇ ਹੋ, ਪਾਣੀ ਛੁਪ ਜਾਂਦੇ ਹੋ, ਤੁਹਾਨੂੰ ਕਿਹੜਾ ਲੱਭ ਗਿਆ? ਅਖੇ ਜੀ ਫਿਰ ਕਿਸ ਤਰ੍ਹਾਂ ਇਹਦਾ ਪ੍ਰਮਾਣ ਦਿਓ ਜਿਹੜੀ ਗੱਲ ਤੁਸੀਂ ਮਾਰੇ? ਕਹਿੰਦੇ ਵੇਦ ਕਹਿਣ ਇੱਕ ਬਾਤ। ਇਸ ਏਕਤਾ ਵਾਲੀ ਬਾਤ ਨੂੰ, ਸਚਾਈ ਨੂੰ ਵੇਦ ਵੀ ਕਹਿੰਦਾ। ਕਿਵੇਂ ਕਹਿੰਦਾ ਵੇਦ? ਨੇਤ ਨੇਤ ਕਤੰਤ ਵੇਦਾ। ਨੇਤ ਦਾ ਅਰਥ ਕੀ ਹੈ? ਬੇਅੰਤ। ਇਸ ਕਰਕੇ ਪਰਮੇਸ਼ਰ ਬੇਅੰਤ ਹੈ। ਤੂੰ ਬੇਅੰਤ ਕੋ ਵਿਰਲਾ ਜਾਣੇ। ਉਹੀ ਗੱਲ ਮੁੜ ਕੇ ਆ ਜਾਂਦੀ ਵੀ ਕਰਤੇ ਕੇ ਕਰਨੇ ਨਾਹੀ ਸੁਮਾਰ। ਸੁਮਾਰਨਾ ਗਿਣਤੀ ਦਾ, ਕਰਤੇ ਦੀ ਰਚਨਾ ਦੀ ਵੀ ਗਿਣਤੀ ਨਹੀਂ ਤੇ ਕਰਤਾ ਆਪ ਵੀ ਗਿਣਤੀ ਮਿਣਤੀ ਤੋਂ ਰਹਿਤ ਹੈ। ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਾਂ। ਮਹਾਰਾਜ ਸਾਹਿਬ ਜੀ ਨੇ ਇਹ ਵਿਚਾਰ, ਇਹਦੇ ਤੇ ਇੱਕ ਇਤਿਹਾਸਕ ਤੱਥ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਮੱਕਾ ਮਦੀਨਾ ਅਰਬ ਦੀ ਫੇਰੀ ਦੇ ਵਿੱਚ ਸਨ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਬਗਦਾਦ ਵਿੱਚ ਗਏ। ਬਗਦਾਦ ਦੇ ਜਾਣ ਦੇ ਬਹੁਤ ਸਾਰੇ ਹੋਰ ਵੀ ਤੱਥ ਜਿਹੜੇ ਸ੍ਰੀ ਨਾਨਕ ਪ੍ਰਕਾਸ਼ ਵਿੱਚ ਜਾਂ ਜਨਮ ਸਾਖੀ ਵਿੱਚ ਵੇਰਵੇ ਨਹੀਂ ਮਿਲਦੇ। ਇੱਕ ਮੁਸਲਿਮ ਵੀਰ ਜਿਹੜਾ ਗੁਰੂ ਨਾਨਕ ਦਾ ਸਿੱਖ ਬਣ ਗਿਆ ਸੀ ਉਦੋਂ ਬਾਅਦ, ਉਹ ਸੈਯਦ ਸਾਹਿਬ ਨੇ, ਸੈਯਦ ਪ੍ਰਿਥੀਪਾਲ ਜੀ ਹੋਏ, ਸਿੰਘ ਬਣਿਆ ਅੰਮ੍ਰਿਤ ਛਕ ਕੇ, ਕੋਟਾ ਬੂੰਦੀ ਰਿਹਾ ਜਾਦੇ। ਕਿਤਾਬ ਚ ਜਿਹੜੀਆਂ ਉਹਨੇ
ਅੱਖੀਂ ਡਿਠੀਆਂ ਗੱਲਾਂ ਉਹ ਹੁਣ ਕਿਤਾਬਾਂ ਵੀ ਅੱਜ ਕੱਲ੍ਹ ਛਪ ਗਈਆਂ। ਬਾਬੇ ਦੀ ਬਗਦਾਦ ਫੇਰੀ, ਉਹਦਾ ਨਾਮ ਉਹਨੇ ਰੱਖਿਆ ਸੀ ਕਿਤਾਬਚਾ। ਉਹਦੇ ਵਿੱਚ ਬਹੁਤ ਹੋਰ ਵੀ ਤੱਥ ਇਕੱਠੇ ਕਰਕੇ ਦਿੱਤੇ ਗਏ ਨੇ। ਆਪਾਂ ਹੁਣ ਇਤਿਹਾਸ ਨਹੀਂ ਸੁਣਾ ਰਹੇ ਵੀ ਅੰਮ੍ਰਿਤ ਵੇਈ ਬਾਣੀ ਦੀ ਕਥਾ ਦ੍ਰਿਸ਼ਟਾਂਤ ਰੂਪ ਹੈ। ਗੁਰੂ ਨਾਨਕ ਸਾਹਿਬ ਜੀ ਬਗਦਾਦ ਦੇ ਬਾਹਰ ਜਾ ਕੇ ਬੈਠ ਗਏ, ਸ਼ਹਿਰ ਤੋਂ ਬਾਹਰ। ਪਾਣੀ ਦਾ ਸਰੋਵਰ ਸੀ, ਉਹਦੇ ਕੰਢੇ ਤੇ ਡੇਰਾ ਕੀਤਾ, ਰਾਤ ਆਰਾਮ ਕੀਤੀ। ਆਪਣੇ ਸਾਥੀ ਭਾਈ ਬਾਲੇ ਮਰਦਾਨੇ ਨੂੰ ਕਿਹਾ, ਮਹਾਰਾਜ ਨੇ ਨਿਯਮ ਬਣਾਇਆ ਸੀ ਕਿ ਰਾਤ ਦਾ ਪਹਿਲਾ ਪਹਿਰ ਉਹ ਵੀ ਨਹੀਂ ਸੌਣਾ, ਰਾਤ ਦਾ ਪਿਛਲਾ ਪਹਿਰ ਉਹ ਵੀ ਨਹੀਂ ਸੌਣਾ। ਪਹਿਲੇ ਪਹਿਰ ਦੇ ਵਿੱਚ ਕੀ ਕਰਨਾ ਹੈ? ਪਰਮਾਤਮਾ ਦੀ ਬੰਦਗੀ ਕਰਨੀ ਹੈ। ਜਦ ਤੋਂ ਸੂਰਜ ਛਿਪ ਗਿਆ ਸੌਣ ਤੱਕ ਦਿਨ ਦੇ ਵਿੱਚ ਹੋਏ ਗੁਨਾਹਾਂ, ਅੱਖਾਂ ਨਾਲ ਗਲਤ ਦੇਖਿਆ ਗਿਆ, ਕੰਨਾਂ ਨਾਲ ਗਲਤ ਸੁਣਿਆ ਗਿਆ, ਜੀਭ ਨਾਲ ਗਲਤ ਬੋਲਿਆ ਗਿਆ, ਹੱਥ ਪੈਰਾਂ ਨਾਲ ਕੋਈ ਗਲਤੀ ਕਰ ਬੈਠੇ, ਉਹਦਾ ਪਛਤਾਵਾ ਕਰਨਾ ਕਿ ਮੇਰੇ ਕੋਲੋਂ ਸੂਰਜ ਚੜ੍ਹਨ ਤੋਂ ਹੁਣ ਤੱਕ ਇਹ ਚੰਗਾ ਨਹੀਂ ਹੋਇਆ, ਮੈਂ ਗਾਹਾਂ ਨੂੰ ਇਸ ਤਰ੍ਹਾਂ ਨਾ ਕਰਾਂ। ਸਿਮਰਨ ਕਰਦੇ ਕਰਦੇ ਗੁਰਮਤਿ ਦੇ ਅਨੁਸਾਰ ਕੀਰਤਨ ਸੋਲਾ ਕਰਕੇ ਪੈ ਜਾਣਾ ਤੇ ਇੱਕ ਪਹਿਰ ਰਾਤਰੀ ਦੀ ਫਿਰ ਉੱਠ ਖੜਨਾ। 2 ਪਹਿਰ ਸੌਣ ਵਾਸਤੇ ਨੇ 6 ਘੰਟੇ ਬਣਦੇ। ਜਿਹੜਾ ਰਾਤ ਨੂੰ ਟਾਈਮ ਸਿਰ ਨਹੀਂ ਸੌਂਦਾ ਉਹ ਤੜਕੇ ਉੱਠ ਹੀ ਨਹੀਂ ਸਕਦਾ। ਟਾਈਮ ਸਿਰ ਕਿਵੇਂ ਉੱਠੂਗਾ? ਉਹਨੇ ਸੌਣ ਦਾ ਟਾਈਮ ਨਹੀਂ ਸੰਭਾਲਿਆ, ਜਾਗਣ ਦਾ ਟਾਈਮ ਨਹੀਂ ਸੰਭਾਲ ਸਕੇਗਾ। ਮਹਾਰਾਜ ਕਹਿੰਦੇ ਵੀ ਗੁਰਸਿੱਖੋ ਤੁਸੀਂ ਵੀ ਚੱਲ ਕੇ ਆਏ ਹੋ ਤੁਰ ਕੇ ਬਾਲੇ ਮਰਦਾਨੇ ਨੂੰ, ਤੇ ਆਰਾਮ ਕਰੋ। ਇੱਕ ਪਹਿਰ ਬੰਦਗੀ ਕਰਦਿਆਂ ਹੋਇਆਂ ਕਿਸੇ ਨੇ ਨਹੀਂ ਰੋਟੀ ਪਾਣੀ ਪੁੱਛਿਆ। ਮਰਦਾਨਾ ਕਲਪਦਾ ਸੀ, ਦੇਖੋ ਜੀ ਕਿਹਾ ਜਿਹਾ ਸ਼ਹਿਰ ਹੈ, ਘੁੱਗਬਸ ਦਾ ਸ਼ਹਿਰ ਹੈ, ਕੋਈ ਨੇੜੇ ਨਹੀਂ ਆਇਆ। ਮਹਾਰਾਜ ਕਹਿੰਦੇ ਮਰਦਾਨਿਆਂ ਪਰਾਲਬਤ ਦੀ ਗੱਲ ਕਰ, ਜੋ ਤੇਰੇ ਕਰਮਾਂ 'ਚ ਬੈਠਿਆ ਆ ਜਾਏਗਾ। ਨਿਰੰਕਾਰ ਨੇ ਕੋਈ ਸੇਵਾ ਲੈਣੀ ਹੈ, ਤੂੰ ਤਤਪਰ ਹੈ। ਸਵਖਤੇ ਉੱਠਣਾ, ਆਰਾਮ ਕੀਤਾ, ਪਹਿਰ ਰਾਤ ਰਹਿੰਦੀ ਉੱਠੇ, ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰ ਰਹੇ ਨੇ, ਭਾਈ ਬਾਲਾ ਮਰਦਾਨਾ ਕਰ ਰਹੇ ਹੈ। ਦਸਤਗੀਰ ਪੀਰ ਸੀ ਉੱਥੇ ਵੱਡਾ, ਇਹ ਇਹਨਾਂ ਦੀ ਗੱਦੀ ਹੈ। ਜਿਵੇਂ ਫਰੀਦ ਦੀ ਗੱਦੀ ਤੇ ਬਹਿਣ ਵਾਲਾ ਫਰੀਦ, ਦਸਤਗੀਰ ਦੀ ਗੱਦੀ ਤੇ ਬਹਿਣ ਵਾਲਾ ਦਸਤਗੀਰ। ਗੁਰੂ ਨਾਨਕ ਦੀ ਗੱਦੀ ਤੇ ਬਹਿਣ ਵਾਲਾ ਨਾਨਕ। ਬਾਣੀ ਦੇ ਵਿੱਚ ਨਾਨਕ ਸ਼ਬਦ ਆਏਗਾ, ਚਾਹੇ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੋਵੇ, ਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ ਦਾ, ਕਿਸੇ ਗੁਰੂ ਦਾ ਵੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਨਾਂ ਚਾੜੀਆਂ, ਆਪਣੀ ਕੋਈ ਬਾਣੀ ਨੂੰ ਉਚਾਰਨ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਉਹ ਨਾਨਕ ਸ਼ਬਦ ਦੀ ਮੋਹਰ ਰੱਖੀ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇ ਜਿਸ ਵੇਲੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ, ਅੰਮ੍ਰਿਤ ਵੇਲਾ, ਸਰੋਵਰ ਤੇ ਪਾਣੀ ਭਰਨ ਵਾਸਤੇ ਆਇਆ ਜਾਂ ਇਸ਼ਨਾਨ ਕਰਨ ਵਾਸਤੇ ਦਸਤਗੀਰ ਪੀਰ ਦਾ ਸ਼ਿਸ਼ ਚੇਲਾ ਮਰੀਦ, ਉਹਦੇ ਕੰਨਾਂ ਵਿੱਚ ਧੁਨ ਪਈ ਜਪਜੀ ਸਾਹਿਬ ਦੀ। ਉਹ ਕਹਿਣ ਲੱਗਾ, ਹਾ ਯਾ ਖੁਦਾ, ਇਤਨੀ ਸੁੰਦਰ ਕਲਾਮ, ਤੇ ਮੇਰੇ ਮਨ ਨੂੰ ਮੋਹ ਲਿਆ ਇਸ ਕਲਾਮ ਨੇ। ਬਹੁਤੀਆਂ ਗੱਲਾਂ ਤਾਂ ਸਮਝ ਨਹੀਂ ਸੀ ਆਉਂਦੀਆਂ। ਉਹ ਜਿਵੇਂ ਭੌਰਾ ਸੁਗੰਧੀ ਦੇ ਬਸ ਵਿੱਚ ਹੋ ਕੇ ਫੁੱਲਾਂ ਦੇ ਨਾਲ ਚਿੰਬੜ ਜਾਂਦਾ ਹੈ, ਤੇ ਇਸੇ ਤਰ੍ਹਾਂ ਉਹ ਖੜਾ ਹੀ ਸੁਣਦਾ ਰਿਹਾ। ਤੇ ਜਦੋਂ ਮਹਾਰਾਜ ਸਾਹਿਬ ਨੇ ਤੁਕ ਪੜ੍ਹੀ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਉਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਸਾਡੇ ਤਾਂ ਇਸਲਾਮ ਵਿੱਚ ਦਸਤਗੀਰ ਪੀਰ ਵੀ ਦੱਸਦਾ ਵੀ 14 ਤਬਕ ਨੇ, ਇਹਦਾ ਮਤਲਬ ਇਹ ਕੁਫਰ ਬੋਲ ਰਿਹਾ ਹੈ, ਇਹਦੀ ਕਲਾਮ ਵਿੱਚ ਝੂਠ ਵੀ ਹੈ। ਉਹਨੇ ਸੋਚਿਆ, ਇਹ ਸਮਝ ਨਹੀਂ ਨਾ ਆਈ। ਜਦੋਂ ਕੋਈ ਗੱਲ ਸਮਝ ਨਾ ਆਵੇ, ਕਈ ਵਾਰੀ ਸੱਚ ਨੂੰ ਝੂਠ ਸਮਝ ਲੈਂਦਾ ਬੰਦਾ। ਕੀਰਤਨ ਦੀ ਸਮਾਪਤੀ ਹੋਈ। ਮਹਾਰਾਜ ਸਾਹਿਬ ਕਹਿੰਦੇ ਮਰਦਾਨਿਆਂ ਰਬਾਬ ਸੁਰ ਕਰ। ਫਿਰ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਲਿਆ। ਗੁਰੂ ਨਾਨਕ ਸਾਹਿਬ ਦੇ ਵੇਲੇ 24 ਪੌੜੀਆਂ ਦਾ ਕੀਰਤਨ ਹੁੰਦਾ ਸੀ। ਆਸਾ ਦੀ ਵਾਰ ਦੀਆਂ ਪੌੜੀਆਂ ਹੀ ਉਚਾਰਨ ਕੀਤੀਆਂ ਸੀ। 12 ਪੌੜੀ ਦਾ ਹੁੰਦਾ। ਮਹੱਲੇ ਤੇ ਸ਼ਲੋਕ ਕਿਵੇਂ ਆਏ ਨੇ, ਇਹ ਆਸਾ ਦੀ ਵਾਰ ਦੀ ਕਥਾ ਚ ਆ ਜਾਊਗਾ ਤੁਹਾਨੂੰ, ਇੱਥੇ ਦੀ ਲੋੜ ਨਹੀਂ। ਵਾਪਸ ਗਿਆ ਉਹ ਪੀਰ ਦਾ
ਚੇਲਾ ਸੀ ਜਾ ਕੇ ਆਪਣੇ ਦਸਤਗੀਰ ਪੀਰ ਨੂੰ ਕਹਿੰਦਾ, ਹਜ਼ੂਰ ਬਾਹਰ 3 ਫਕੀਰ ਆਏ ਨੇ, ਸਰੋਵਰ ਦੇ ਕਿਨਾਰੇ ਤੇ ਬੈਠੇ ਨੇ, ਮੈਂ ਪਾਣੀ ਭਰਨ ਗਿਆ ਸੀ, ਇਸ਼ਨਾਨ ਕਰਨ ਗਿਆ ਸੀ, ਤੇ ਤੁਸੀਂ ਤਾਂ ਸਾਨੂੰ 14 ਤਬਕ ਦੱਸੇ ਨੇ, ਉਹ ਲੱਖਾਂ ਹੀ ਦੱਸ ਰਿਹਾ। ਮੇਰੀ ਬਹੁਤੀ ਤਾਂ ਨਹੀਂ ਸਮਝ ਆਈ, ਪਰ ਇੰਨੀ ਕੁ ਗੱਲ ਸਮਝ ਆਈ। ਗੁਰੂ ਨਾਨਕ ਆਪਣੀ ਗੱਲ ਜੇ ਸਮਝਾਉਣੀ ਚਾਹੁੰਦਾ, ਜਿਹੜਾ ਬੋਲੀ ਕੋਈ ਜਾਣਦਾ ਸੀ ਉਹਦੀ ਬੋਲੀ ਅਸੀਂ ਸਮਝਾ ਜਾਂਦੇ ਸੀ। ਇਹੀ ਕਲਾ ਵਰਤਦੇ ਸੀ, ਸਮਰੱਥ ਹੈ ਨਾ। ਤੇ ਉਸ ਵੇਲੇ ਪੀਰ ਕਹਿਣ ਲੱਗਾ, ਇਹ ਤਾਂ ਕੁਫਰ ਹੈ। ਕਹਿੰਦਾ, ਜੀ ਇਹੀ ਤਾਂ ਮੈਂ ਸੋਚ ਰਿਹਾ। ਕਹਿੰਦੇ, ਦੂਸਰਾ ਆਪਣੀ ਨਗਰੀ ਦੇ ਵਿੱਚ ਇਸਲਾਮ ਦੇ ਵਿੱਚ ਸਰੋਤਬੰਦ ਹੈ ਤੇ ਉਹ ਸੰਗੀਤ ਅਲਾਪ ਰਹੇ ਨੇ। ਕਹਿੰਦੇ, ਅੱਛਾ, ਮੇਰੀ ਨਗਰੀ ਦੇ ਵਿੱਚ ਕਿਸੇ ਦੀ ਇਹ ਹਿੰਮਤ, ਕੋਈ ਹਿੰਦੂ ਪੀਰ ਆ ਗਿਆ ਤੇ ਹਿੰਦੂਆਂ ਨੂੰ ਇਹ ਕਾਫਰ ਸਮਝਦੇ ਨੇ, ਨਫ਼ਰਤ ਬਹੁਤੀ ਕਰਦੇ ਆ, ਨਹੀਂ ਕਰਨੀ ਚਾਹੀਦੀ। ਹਿੰਦੂਆਂ ਨੂੰ ਮੁਸਲਮਾਨ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਮੁਸਲਮਾਨਾਂ ਨੂੰ ਹਿੰਦੂਆਂ ਨਾਲ ਨਹੀਂ ਕਰਨੀ ਚਾਹੀਦੀ। ਸਿੱਖ ਧਰਮ ਦੋਨਾਂ ਦੇ ਨਾਲ ਸਾਂਝ ਹੈ ਤੇ ਸਾਂਝਾ ਪਿਆਰ। ਉਹਨੇ ਸੋਚਿਆ ਨਹੀਂ, ਸਮਝਿਆ ਨਹੀਂ। ਚਾਹੀਦਾ ਤਾਂ ਇਹ ਸੀ ਵੀ ਚੱਲ ਕੇ ਆਉਂਦਾ, ਆ ਕੇ ਬਹਿੰਦਾ ਤੇ ਪੁੱਛਦਾ ਵੀ ਮਹਾਰਾਜ ਤੁਸੀਂ ਇਹ ਸਰੋਤ ਕਿਉਂ, ਇਸ ਤੇ ਤਾਂ ਨਗਰੀ ਦੇ ਅੰਦਰ ਰਾਗ ਅਲਾਪਣਾ ਬੰਦ ਹੈ, ਤੁਸੀਂ ਇਹ ਕਿਉਂ ਕੀਤਾ? ਮਹਾਰਾਜ ਜਵਾਬ ਦੇ ਦਿੰਦੇ। ਤਰੀਕਾ ਕੈਸੇ ਗਲਤ ਹੈ। ਉੱਥੇ ਹੀ ਬੈਠੇ ਨੇ ਹੁਕਮ ਦੇ ਦਿੱਤਾ, ਕਹਿੰਦਾ ਜਾਓ, ਨਗਰੀ ਦੇ ਸਾਰੇ ਲੋਕ ਹੱਥਾਂ ਦੇ ਵਿੱਚ ਪੱਥਰ ਚੁੱਕੋ, ਸੰਸਾਰ ਕਰਕੇ ਮਾਰ ਦਿਓ। ਮਤਲਬ ਪੱਥਰ ਮਾਰ ਮਾਰ ਕੇ ਮਾਰ ਦਿਓ। ਹੁਣ ਹਜ਼ਾਰਾਂ ਬੰਦਿਆਂ ਦੇ ਪੱਥਰ ਇੱਕ ਬੰਦੇ ਦੇ ਲੱਗਣ, ਪੱਥਰਾਂ ਦਾ ਢੇਰ ਲੱਗ ਜਾਂਦਾ, ਪੱਥਰਾਂ ਦੇ ਵਿੱਚ ਦਬਿਆ ਜਾਂਦਾ ਹੈ। ਇਸਲਾਮ 'ਚ ਬਹੁਤ ਵੱਡੀ ਸਜ਼ਾ ਹੈ। ਤਲਵਾਰ ਨਾਲ ਮਾਰ ਦਿਓ, ਇੱਕੋ ਵਾਰੀ 'ਚ ਕੰਮ ਮੁੱਕ ਜਾਂਦਾ ਹੈ। ਪਰ ਇਹ ਐਸੀ ਸਜ਼ਾ, ਕਹਿੰਦੇ ਜਾਓ। ਤੂਫਾਨ ਉੱਠ ਖੜਿਆ। ਕੀਰਤਨ ਦੀ ਸਮਾਪਤੀ ਹੁੰਦਿਆਂ ਹੁੰਦਿਆਂ ਹਜ਼ਾਰਾਂ ਦੀ ਗਿਣਤੀ ਸਾਵਣ ਭਾਦਰੋਂ ਦੀਆਂ ਘਟਾਂ ਜਿਵੇਂ ਚੜ੍ਹ ਕੇ ਆਉਂਦੀਆਂ, ਹੱਥਾਂ 'ਚ ਪੱਥਰੇ, ਮਾਰ ਲਓ, ਫੜ ਲਓ, ਮਾਰ ਲਓ, ਇਹ ਆਵਾਜ਼ ਆ ਰਹੀ ਹੈ। ਮਰਦਾਨੇ ਨੇ ਜਦ ਦੇਖਿਆ, ਕਹਿੰਦਾ ਮਹਾਰਾਜ ਕੁਥਾਂ ਹੀ ਮਾਰੇ ਗਏ ਅੱਜ ਤਾਂ। ਆਹ ਦੇਖੋ, ਮਾਰਨ ਵਾਲੇ ਲੋਕ ਆ ਗਏ, ਅਸੀਂ ਤਾਂ ਕਿਸੇ ਦਾ ਕੁਝ ਨਹੀਂ ਵਿਗਾੜਿਆ। ਮਾਰੇ, ਕਹਿੰਦੇ ਮਰਦਾਨਿਆਂ, ਕਰਤਾਰ ਰੱਖੇਗਾ, ਜਿਹਦਾ ਕੀਰਤਨ ਕਰਿਆ, ਜਿਹਦੀ ਬਾਣੀ ਪੜ੍ਹੀ ਹੈ, ਉਹ ਰੱਖੇਗਾ, ਤੂੰ ਚਿੰਤਾ ਨਾ ਕਰ। ਜਦੋਂ ਐਨ ਨੇੜੇ ਆ ਗਏ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਵੱਲ ਦੇਖਿਆ ਤੇ ਦੇਖ ਕਰਕੇ ਸੱਚੇ ਪਾਤਸ਼ਾਹ ਨੇ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਕਿ ਪਹਿਲੀ ਵਾਰ ਸਤਿਗੁਰੂ ਜੀ ਨੇ ਸਤਿ ਸ੍ਰੀ ਅਕਾਲ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ। ਸਿੱਖਾਂ ਦੇ 2 ਸ੍ਰੇਸ਼ਟਾਚਾਰ ਦੇ ਬੋਲੇ ਨੇ, ਇੱਕ ਤਾਂ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ੁਰੂ ਕੀਤਾ ਹੈ। ਵਾਹਿਗੁਰੂ ਮੰਤਰ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੰਤਰ 1.5 ਵਰ੍ਹੇ ਦੀ ਉਮਰ 'ਚ ਭੈਣ ਨਾਨਕੀ ਦੇ ਪ੍ਰਥਾਏ ਉਚਾਰਨ ਕੀਤਾ। ਗੁਰਮੰਤਰ ਹੈ, ਮੂਲ ਮੰਤਰ ਹੈ। ਇਹਦੇ ਵਿੱਚੋਂ ਹੀ ਮਹਾਰਾਜ ਸਾਡਾ ਸ੍ਰੇਸ਼ਟਾਚਾਰ ਦਾ ਬੋਲਾ ਬਣਿਆ। ਇੱਕ ਤਾਂ ਫਤਿਹ ਹੋ ਗਈ ਤੇ ਦੂਸਰਾ ਮਹਾਰਾਜ ਨੇ ਬਗਦਾਦ ਦੇ ਵਿੱਚ ਬੋਲਾ ਸ਼ੁਰੂ ਕੀਤਾ। ਉੱਥੇ ਜਨਮ ਸਾਖੀ ਦੇ ਵਿੱਚ ਪ੍ਰਸੰਗ ਆਉਂਦਾ ਕਿ ਮਹਾਰਾਜ ਨੇ ਕਿਹਾ, ਗੁਰਬਰ ਆਕਾਲ ਸਤਿ ਸ੍ਰੀ ਅਕਾਲ, ਚਿਤ ਚਰਨ ਨਾਮ ਘਰ ਘਰ ਪ੍ਰਣਾਮ, ਸਭ ਪਰ ਕਿਰਪਾਲ ਜੋਰ ਸਜਵਾਲ। ਇਹ ਸਭ ਤੇ ਕਿਰਪਾਲੂ ਹੋਣ ਵਾਲੇ ਆਪ ਕਿਰਪਾ ਕਰੋ ਅਕਾਲ ਪੁਰਖ ਦੇ। ਇਹ ਮਹਾਰਾਜ ਬੋਲੇ ਬਾਂਗ ਦੇ ਲਹਿ 'ਚ, ਜਿਵੇਂ ਕਾਜੀ ਮੁੱਲਾ ਬਾਂਗ ਦਿੰਦੇ ਆ, ਉੱਕਣ ਬੋਲੇ ਮਹਾਰਾਜ। ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਭਾਈ ਸਾਹਿਬ ਜੀ ਨੇ ਆਪਣੀ ਛੰਦਾਬੰਦੀ ਵਿੱਚ ਇਹਨੂੰ ਇਉਂ ਉਚਾਰਨ ਕੀਤਾ ਹੈ ਕਿ ਮਹਾਰਾਜ ਬੋਲੇ, ਨਿਰੰਕਾਰ ਸਤਿ ਸ੍ਰੀ ਅਕਾਲਾ, ਗੁਰਬਰ ਏਕ ਓੰਕਾਰ ਕਿਰਪਾਲਾ, ਸੁਨ ਕਰ ਬਾਂਗ ਸਰਬ ਨਰ ਨਾਰੀ, ਸੁਨ ਮਨੋ ਹੋਏ ਇੱਕ ਵਾਰੀ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਫਿਰ ਸਾਡੇ ਵਿੱਚ ਇਹ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ੇ ਹੋਏ ਜਿਹੜੇ ਇਹ ਬੋਲੇ ਨੇ ਗੁਰੂ ਸਾਹਿਬ ਦੇ, ਉਹ ਅਸੀਂ ਵਿਗਾੜ ਲਏ। ਵਿਗਾੜ ਤਾਂ ਦੋਨੇ ਲਏ ਨੇ, ਪਰ ਇੱਕ ਜ਼ਿਆਦਾ ਵਿਗਾੜ ਲਿਆ। ਸਤਿ ਸ੍ਰੀ ਅਕਾਲ, ਇਹ ਹੈ ਸੁੱਧ ਵਚਨ। ਤੇ ਹੁਣ ਤੁਸੀਂ ਸੁਣੋ ਧਿਆਨ ਨਾਲ ਕੀ ਕਹਿੰਦੇ,
ਸਤਿ ਸ੍ਰੀ ਅਕਾਲ ਜੀ ਕੀ ਹੁੰਦੀ ਹੈ? ਸਤਿ ਸ੍ਰੀ ਅਕਾਲ। ਇਹਦੇ ਨਾਲੋਂ ਸਿੱਧਾ ਹੀ ਹਾਲ ਚਾਲ ਪੁੱਛ ਲਓ, ਗੁਰੂ ਦਾ ਬਚਨ ਤਾਂ ਨਾ ਵਿਗਾੜੋ, ਪਾਪ ਤਾਂ ਨਾ ਲੱਗੂਗਾ ਬਚਨ ਵਿਗਾੜਨ ਦਾ। ਸਤਿ ਸ੍ਰੀ ਅਕਾਲ ਨਹੀਂ ਹੁੰਦੇ, ਸਤਿ ਸ੍ਰੀ ਅਕਾਲ। ਪੁਰਾਣੇ ਸਮੇਂ ਦੇ ਅੰਦਰ ਬਜ਼ੁਰਗਾਂ ਤੋਂ ਵੀ ਸੁਣਿਆ, ਬਚਪਨ 'ਚ ਵੀ ਸੁਣਿਆ ਕਿ ਇੱਕ ਗੁਰਸਿੱਖ ਕਹਿੰਦਾ ਸੀ ਸਤਿ ਸ੍ਰੀ ਅਕਾਲ, ਦੂਜਾ ਕਹਿੰਦਾ ਸੀ ਗੁਰਬਰ ਅਕਾਲ, ਜਿਵੇਂ ਇਸਲਾਮ ਦੇ ਵਿੱਚ ਸੀ। ਤੇ ਹੁਣ ਪਹਿਲਾ ਵੀ ਸਤਿ ਸ੍ਰੀ ਅਕਾਲ, ਦੂਜਾ ਸਤਿ ਸ੍ਰੀ ਅਕਾਲ ਦਾ ਕਹਿੰਦੇ, ਦੂਜਾ ਵੀ ਸਤਿ ਸ੍ਰੀ ਅਕਾਲ, ਦੂਜਾ ਕਹਿੰਦਾ ਸਤਿ ਸ੍ਰੀ ਅਕਾਲ। ਦੋਨੇ ਗੱਲਾਂ ਗਲਤ ਹੋ ਗਈਆਂ। ਤੇ ਦੂਸਰਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਇਹਨੂੰ ਵੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ, ਬਸ ਅੱਧਾ ਖਤਮ ਹੋ ਜਾਂਦਾ ਕੰਮ। ਇਹ ਵੀ ਪਾਪ ਹੈ, ਇਹਦੇ ਨੂੰ ਨਾ ਬੁਲਾਓ। ਬੁਲਾਓ ਤਾਂ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸ਼ਬਦ ਪੂਰਾ ਹੋਣਾ ਚਾਹੀਦਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰ ਸਤਿ ਸ੍ਰੀ ਅਕਾਲਾ ਗੁਰਬਰ ਏਕੰਕਾਰ ਕਿਰਪਾਲਾ, ਇੰਨਾ ਬਚਨ ਕਹਿਣ ਦੀ ਦੇਗ ਸੀ। ਜਿਹੜੇ ਪੱਥਰ ਚੁੱਕ ਕੇ ਆ ਰਹੇ ਸੀ, ਉਹ ਜਦੋਂ ਇੱਕੋ ਵਾਰ ਉਹਨੇ ਕਿਹਾ ਸੀ ਵੀ ਬਾਰ-ਬਾਰ ਨਹੀਂ, ਇੱਕੋ ਹੀ ਵਾਰ ਪੱਥਰ ਮਾਰ ਕੇ ਸਾਰਾ ਲੁਕੋਈ ਦੇਣਾ, ਪੱਥਰਾਂ 'ਚ ਮਾਰ ਦੇਣੇ ਤਿੰਨੇ। ਜਦ ਉਹਨਾਂ ਨੇ ਤਾਹਾਂ ਨੂੰ ਬਾਹਾਂ ਕੀਤੀਆਂ, ਜਿਵੇਂ ਫੌਜੀ ਪਰੇਡ ਕਰਦੇ ਹੋਏ ਇੱਕੋ ਵਾਰ ਪੱਥਰ ਮਾਰਨੇ ਆ, ਉਸ ਵੇਲੇ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਸੀ, ਗੁਰਬਰ ਅਕਾਲ ਸਤਿ ਸ੍ਰੀ ਅਕਾਲ। ਜਦੋਂ ਇਹ ਬਚਨ ਕਿਹਾ ਤਾਂ ਉਸੇ ਵੇਲੇ ਪੱਥਰਾਂ ਦੇ ਨਾਲ ਹੀ ਤੇ ਬਾਹਾਂ ਜਿਹੜੀਆਂ ਲੱਕੜ ਦੀਆਂ ਜਿਵੇਂ ਬਣ ਜਾਂਦੀਆਂ ਸਰੀਰ, ਪੱਥਰ ਤਾਂ ਕੀ ਮਾਰਨਾ, ਬਾਹਾਂ ਵੀ ਹੇਠਾਂ ਨਹੀਂ ਹੋਈਆਂ। ਹੁਣ ਪੀਰ ਨੇ ਇੱਕ ਚੇਲਾ ਭੇਜਿਆ ਸੀ ਦੇਖਣ ਵਾਸਤੇ ਵੀ ਇਹ ਪੱਥਰ ਮਾਰ ਕੇ ਜਦੋਂ ਮਾਰ ਦੇਣਗੇ ਤੂੰ ਆ ਕੇ ਮੈਨੂੰ ਦੱਸ ਵੀ ਮਾਰਤਾ, ਫਿਰ ਮੈਂ ਚੱਲੂੰਗਾ। ਉਹ ਨਠਿਆ ਆਇਆ, ਕਹਿੰਦਾ ਪੀਰ ਜੀ ਮਾਰਨਾ ਤਾਂ ਇੱਕ ਪਾਸ ਰਿਹਾ, ਤਾਂ ਸਾਰੇ ਸੁੰਨ-ਮੁੰਨ ਹੋ ਗਈ ਨਗਰੀ ਤੇਰੀ, ਨਾ ਕੋਈ ਬੋਲਦਾ, ਨਾ ਡਿੰਗ ਪੱਟਦਾ, ਨਾ ਹੱਥ ਲਾਉਂਦਾ, ਇਹ ਤਾਂ ਬਹੁਤ ਮਾੜਾ ਹੋ ਗਿਆ। ਨਠਿਆ ਆਇਆ ਫਿਰ ਆਪ, ਤੇ ਇਹ ਦੇਖ ਕਰਕੇ ਫਿਰ ਉਹਨੇ ਜਦੋਂ ਬੜੇ ਕਲਾਮਾਂ ਪੜੀਆਂ, ਸਭ ਕੁਝ ਕੀਤਾ, ਪਰ ਉਹ ਜੜਤਾ ਦੂਰ ਨਾ ਹੋਈ। ਪੀਰ ਆ ਕੇ ਫਿਰ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਵੀ ਦੇਖੋ ਇਹ ਗਲਤੀ ਇਹਨਾਂ ਦੀ ਨਹੀਂ ਹੈ, ਜਿਹੜੇ ਮਾਰਨ ਆਏ ਨਾ, ਇਹ ਗਲਤੀ ਮੇਰੀ ਹੈ। ਮੈਂ ਹੁਣ ਤੁਹਾਡੀ ਚਰਨ ਸ਼ਰਨ ਦੇ ਵਿੱਚ ਹਾਂ, ਤੇ ਆਪ ਕਿਰਪਾ ਕਰੋ, ਨਿਵਾਜ਼ਿਸ਼ ਬਖਸ਼ੋ, ਰਹਿਮਤ ਕਰੋ। ਹੇ ਬਲੀ ਅੱਲਾ, ਹੇ ਬਲੀ ਅੱਲਾ ਦੇ ਫਕੀਰ, ਬਲੀ ਫਕੀਰ ਤੂੰ ਹੁਣ ਇਹਨਾਂ ਤੇ ਰਹਿਮ ਕਰ ਦੇ, ਤਰਸ ਕਰ ਦੇ। ਮਹਾਰਾਜ ਨੇ ਸਤਨਾਮ ਕਹਿ ਕੇ ਉਹਨਾਂ ਸਾਰਿਆਂ ਨੂੰ ਪੱਥਰ ਸਿੱਟ ਦਿੱਤੇ, ਸਾਰੇ ਬਹਿ ਗਏ ਦੁਆਲੇ ਹੋ ਕੇ। ਪੀਰ ਕਹਿਣ ਲੱਗਿਆ ਜੀ ਗੱਲ ਇਹ ਹੈ ਵੀ ਇਹ ਗਲਤੀ ਮੇਰੇ ਕੋਲੋਂ ਹੀ। ਮਹਾਰਾਜ ਕਹਿੰਦੇ ਵੀ ਤੂੰ ਐਡਾ ਵੱਡਾ ਸਮਝਦਾਰ ਹੈ। ਪਹਿਲੀ ਤਾਂ ਗੱਲ ਵੀ ਫਕੀਰ ਕੋਈ ਬਾਹਰ ਤੋਂ ਫਕੀਰ ਵੀ ਨਾ ਹੋਵੇ, ਸਾਡੇ ਤਾਂ ਬਾਣਾ ਫਕੀਰਾਂ ਵਾਲਾ, ਤੇ ਕੋਈ ਰਾਹੀ ਪੰਥਕ ਵੀ ਆ ਜਾਵੇ, ਤੁਹਾਡੀ ਨਗਰੀ 'ਚ ਐਕਣ ਸਵਾਗਤ ਕੀਤਾ ਜਾਂਦਾ ਹੈ ਵੀ ਪੱਥਰ ਮਾਰ ਕੇ ਮਾਰ ਦਿਓ। ਰੋਟੀ ਨਹੀਂ ਪੁੱਛੀ, ਪਾਣੀ ਨਹੀਂ ਪੁੱਛਿਆ, ਦੁੱਧ ਨਹੀਂ ਪੁੱਛਿਆ, ਪੱਥਰ ਮਾਰਨ ਆ ਗਏ, ਵਿਗਾੜਿਆ ਕੁਝ ਵੀ ਨਹੀਂ। ਕਹਿੰਦੇ ਜੀ ਦੋ ਗੱਲਾਂ ਹੋਈਆਂ। ਸਾਡੇ ਇਸਲਾਮ 'ਚ 14 ਤਬਕ ਲਿਖੇ ਹੈ। ਮੇਰੇ ਸ਼ਿਸ਼ ਨੇ ਜਾ ਕੇ ਮਰੀਦ ਨੇ ਦੱਸਿਆ ਵੀ ਤੁਸੀਂ ਲੱਖਾਂ ਪਤਾਲ ਆਕਾਸ਼ ਕਹਿ ਦਿੱਤੇ, ਤੇ ਮਹਾਰਾਜ ਸਾਹਿਬ ਕਹਿੰਦੇ ਵੀ ਫਿਰ ਇਹਦੇ 'ਚ ਗੁਨਾਹ ਕੀ ਹੋ ਗਿਆ, ਮੈਂ ਤਾਂ ਸੱਚ ਹੀ ਬੋਲਿਆ। ਕਹਿੰਦਾ ਜੀ ਇਹਦਾ ਮਤਲਬ ਵੀ ਸਾਡੇ ਪੈਗੰਬਰਾਂ ਨੇ ਝੂਠ ਬੋਲਿਆ। ਤਕਰਾਰ ਕਰਨ ਲੱਗ ਗਿਆ ਮਹਾਰਾਜ ਨਾਲ, ਉੱਤਰ ਪ੍ਰਸ਼ਨ ਬੋਲਿਆ ਪੀਰ ਤਕਰਾਰ ਕਰ। ਮਹਾਰਾਜ ਕਹਿੰਦੇ ਉਹਨਾਂ ਨੇ ਵੀ ਸੱਚ ਲਿਖਿਆ। ਤੇ ਕਹਿੰਦੇ ਜੀ ਦੋ ਗੱਲਾਂ ਸੱਚ ਕਿਵੇਂ ਹੋਣਗੀਆਂ? ਕਹਿੰਦੇ ਮੈਂ ਦੱਸਦਾ ਵੀ ਦੋਨੇ ਗੱਲਾਂ ਸੱਚ ਕਿਵੇਂ। ਤੇ ਪਹਿਲਾਂ ਜਿਹੜਾ ਸਰੋਤ ਹੈ ਰਾਗ, ਤੁਹਾਡੇ ਪੈਗੰਬਰਾਂ ਨੇ ਤਾਂ ਬੰਦ ਕੀਤਾ ਵੀ ਉਸ ਵੇਲੇ ਇਹ ਰਾਗ ਬੇਸਬਾਬਾ ਨੱਚ ਨੱਚ ਕੇ ਗਾ ਕੇ ਲੋਕਾਂ ਨੂੰ ਵਿਸ਼ੇ ਰਸ ਦੇ ਵਿੱਚ ਡੋਬਦੀਆਂ ਸੀ। ਕਹਿੰਦੇ ਭਾਂਡਾ ਹੋਵੇ ਸੋਨੇ ਦਾ, ਜੇ ਉਹਦੇ 'ਚ ਜ਼ਹਿਰ ਪਾ ਕੇ ਪੀ ਲਈਏ ਫਿਰ ਤਾਂ ਮਰੂਗਾ ਹੀ ਨਾ। ਕਹਿੰਦੇ ਹਾਂ, ਫਿਰ ਭਾਂਡੇ ਦਾ ਤਾਂ ਕੋਈ ਕਸੂਰ ਨਾ ਹੋਇਆ, ਹਾਲਾਂਕਿ ਭਾਂਡਾ ਸੋਨੇ ਦਾ। ਜੇ ਉਹਦੇ 'ਚ ਅੰਮ੍ਰਿਤ ਪਾ ਕੇ ਪੀ ਲਈਏ, ਅੰਮ੍ਰਿਤ ਨੂੰ ਦੁੱਧ ਪੀ ਲਈਏ, ਫਿਰ ਸਰੀਰ ਸਮਾਂ ਬਲਵਾਨ ਹੁੰਦਾ ਹੈ, ਤੰਦਰੁਸਤੀ ਮਿਲਦੀ ਹੈ। ਕਹਿੰਦੇ ਰਾਗ ਤਾਂ ਇੱਕ ਭਾਂਡਾ ਹੈ, ਇਹਦੇ 'ਚ ਪਾ ਕੇ ਕੀ ਤੁਸੀਂ ਖਾਧਾ? ਰਾਗ ਦੇ ਵਿੱਚ ਅਸੀਂ ਰੱਬ ਦੀ ਸਿਫਤ ਕੀਤੀ ਹੈ, ਤੁਹਾਨੂੰ ਇਤਰਾਜ਼ ਕੀ ਹੋਇਆ? ਖੁਦਾ ਦੀਆਂ ਸਿਫਤਾਂ ਕੀਤੀਆਂ ਨੇ ਅਸੀਂ ਰਾਗ 'ਚ। ਕਹਿੰਦੇ ਜੀ ਚਲੋ ਇਹ ਤਾਂ ਠੀਕ ਹੈ,
ਤੇ ਜਿਹੜਾ ਫਿਰ ਪੈਗੰਬਰਾਂ ਨੇ ਲਿਖਿਆ ਦੋ ਗੱਲਾਂ ਸੱਚ ਕੀ ਨੇ, ਕਹਿੰਦੇ ਅਬ ਦੂਸਰ ਉੱਤਰ ਸੁਣ ਕਾਨੇ 14 ਤਬਕ ਕੁਰਾਨ ਬਖਾਨੇ ਤਿਸ ਕੋ ਕਰਨਹਾਰ ਹੈ ਜੋ ਤਾਂ ਕੋ 14 ਕੀ ਸੁਧ ਹੋ। ਉਹਨੂੰ 14 ਦੀ ਸੁਧ ਹੋਣੀ ਹੈ। ਲਾਖਨ ਕੀ ਸੁਧ ਜਿਨ ਕੋ ਹੋਏ 33 ਭਨੈ ਨਾ ਝੂਠ ਬਗੋਈ। ਮੈਂ ਝੂਠ ਨਹੀਂ ਕਿਹਾ ਹੈ। ਫਿਰ ਉਹ ਯਕੀਨ ਨਹੀਂ ਕਰ ਰਿਹਾ, ਕਹਿਣ ਲੱਗਿਆ ਜੀ ਮੈਂ ਇਸ ਗੱਲ ਤੇ ਕਿਵੇਂ ਇਤਬਾਰ ਕਰਾਂ। ਮਹਾਰਾਜ ਕਹਿੰਦੇ ਇੱਕੋ ਗੱਲ ਹੋ ਸਕਦੀ ਵੀ ਫਿਰ ਹੁਣ ਤੂੰ ਸੁਣ ਕੇ ਤਾਂ ਸੱਚ ਤੇ ਇਤਬਾਰ ਨਹੀਂ ਕੀਤਾ ਤੇ ਹੁਣ ਦੇਖ ਕੇ ਕਰ ਲੈ। ਕਹਿੰਦਾ ਜੀ ਕਿਵੇਂ? ਕਹਿੰਦੇ ਆ ਜਾ ਤੈਨੂੰ ਦਿਖਾ ਦਿੰਦੇ ਆ। ਡਰ ਗਿਆ। ਜਿਹਨੇ ਸਾਰਿਆਂ ਨੂੰ ਪੱਥਰ ਬਣਾਤਾ, ਖਬਰ ਹੈ ਕਿੱਥੇ ਕਿੱਥੇ ਲੈ ਕੇ ਜਾਊ ਕਰਾਮਾਤ ਨਾਲ। ਉਹ ਕਹਿੰਦੇ ਜੀ ਗੱਲ ਇਸ ਤਰ੍ਹਾਂ, ਮੈਂ ਤਾਂ ਬੁੱਢਾ ਹੋ ਗਿਆ, ਮੇਰੇ ਤੋਂ ਜ਼ਿਆਦਾ ਤੁਰ ਫਿਰ ਨਹੀਂ ਹੋਣਾ। ਆ ਮੇਰਾ ਪੁੱਤਰ ਹੈ, ਤੁਸੀਂ ਇਹਨੂੰ ਲੈ ਜਾਓ, ਨੌਜਵਾਨ ਹੈ। ਕਹਿੰਦੇ ਠੀਕ ਹੈ, ਇਹਨੂੰ ਭੇਜ ਦੇ। ਲੈ ਕੇ ਮਹਾਰਾਜ ਸਾਹਿਬ ਜੀ ਨੇ ਤੇ ਉੱਥੇ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਮੁੰਦਰਤ ਨੈਣ ਕੀਏ ਤਿਨ ਜਬ ਹੀ ਅਪਰ ਆਕਾਸ਼ ਦਿਖਾਇਓ ਤਬ ਹੀ। ਉਸ ਵੇਲੇ ਆਕਾਸ਼ ਦਰ ਆਕਾਸ਼ ਉੱਪਰ ਨੂੰ ਜਾਈ ਜਾ ਰਹੇ, ਆਕਾਸ਼ਾਂ ਦਾ ਪਤਾ ਨਹੀਂ ਲੱਗਿਆ। ਕਹਿੰਦੇ ਕਿਤਕ ਦਿਵਸ ਤੇ ਬੀਚ ਬਿਹਾਰੇ ਬਾਹਰ ਔਰ ਨਭ ਮਹਿ ਪਧਾਰੇ। ਫਿਰ ਹੋਰ ਉਹ ਫਿਰਦਿਆਂ ਉਹਨੂੰ ਲੱਗਿਆ ਵੀ ਮੈਨੂੰ ਤਾਂ 100 ਸਾਲ ਹੋ ਗਏ, ਮੈਂ ਤਾਂ ਬੁੜਾ ਹੋ ਗਿਆ। ਕਹਿੰਦਾ ਮਹਾਰਾਜ ਆਕਾਸ਼ਾਂ ਦਾ ਤਾਂ ਹੁਣ ਪਤਾ ਨਹੀਂ ਲੱਗਦਾ, ਹੁਣ ਤੁਸੀਂ ਮੈਨੂੰ ਮੋੜ ਵੀ ਲੈ ਚੱਲੋ। ਕਹਿੰਦੇ ਅਜੇ ਤਾਂ ਪਤਾਲ ਦਿਖਾਉਣੇ ਤੈਨੂੰ। ਫਿਰ ਪਤਾਲਾਂ ਨੂੰ ਲੈ ਵੜੇ। ਕਹਿੰਦੇ ਜੀ ਇਹ ਆਕਾਸ਼, ਕਹਿੰਦਾ ਜੀ ਇਹ ਬਸ ਯਕੀਨ ਹੈ ਮੈਨੂੰ, ਆਕਾਸ਼ਾਂ ਦਾ ਕੋਈ ਅੰਤ ਨਹੀਂ। ਕਿੰਨੇ ਕੁ ਓੜ ਕੋੜ ਕਪਾਲ ਤੱਕੇ ਥੱਕ ਗਿਆ ਮੈਂ, ਹੁਣ ਤੁਸੀਂ ਵਾਪਸ ਲੈ ਜਾਓ। ਕਹਿੰਦੇ ਚੱਲ ਪਤਾਲ ਦਿਖਾਈਏ। ਇਹ ਬਿਦ ਸੋ ਜੇ ਲੱਖ ਪਤਾਲਾ ਸਰਬ ਦਿਖਾਏ ਤਾਹੇ ਕਿਰਪਾਲਾ। ਭਾਈ ਸੰਦੋਖ ਸਿੰਘ ਲਿਖਦੇ, ਉਹ ਵੀ ਕਿਰਪਾਲੂ ਸਤਿਗੁਰੂ ਨੇ ਦਿਖਾ ਦਿੱਤੇ। ਵਾਪਸ ਚੱਲਣ ਦੀ ਬੇਨਤੀ ਕੀਤੀ। ਪਤਾਲਾਂ ਦਰ ਪਤਾਲ ਜਾਏਂਗੇ, ਜਿੱਥੇ ਜਾਂਦੇ ਨੇ ਸੰਗਤ ਇਕੱਠੀ ਹੋਈ ਆ, ਕੜਾਹ ਪ੍ਰਸ਼ਾਦ ਬਣਿਆ, ਗੁਰੂ ਨਾਨਕ ਸਾਹਿਬ ਨੂੰ ਆਰਾਧਿਆ, ਮਹਾਰਾਜ ਦਰਸ਼ਨ ਦਿੰਦੇ, ਆਸ਼ੀਰਵਾਦ, ਅੱਗੇ ਚਲੇ ਜਾਂਦੇ ਨੇ। ਕਹਿੰਦਾ ਹੱਦ ਹੋ ਗਈ। ਸਾਰਿਆਂ ਥਾਵਾਂ ਤੇ ਸਿੱਖੀ ਹੈ ਗੁਰੂ ਨਾਨਕ ਦੀ। ਉਹ ਖੁਦਾ ਹੈ, ਅੱਲਾ ਹੈ, ਉਹਦਾ ਕਿਸ ਥਾਂ ਤੇ ਹੋਰ ਨਹੀਂ। ਇਹ ਕਰਦੇ ਕਰਦੇ ਸਮਾਂ ਤੇ ਜਦੋਂ ਬਹੁਤ ਬਤੀਤ ਹੋ ਗਿਆ, ਕਹਿੰਦਾ ਜੀ ਹੁਣ ਵਾਪਸ ਲੈ ਚੱਲੋ। ਕਹਿੰਦੇ ਤੇਰੇ ਪਿਤਾ ਨੇ ਪੀਰ ਨੇ ਇਤਵਾਰ ਨਹੀਂ ਕਰਨਾ, ਕੋਈ ਨਿਸ਼ਾਨੀ ਲੈ ਚੱਲ। ਕਚਕੌਲ ਲਿਆ, ਕਾਠ ਦਾ ਕੌਲਾ ਸੀ, ਥੋੜਾ ਥੋੜਾ ਪ੍ਰਸ਼ਾਦ ਦਾ ਲਾਇਆ ਤੇ ਭਰ ਗਿਆ ਕਚਕੌਲ। ਉਹਨੂੰ ਲੈ ਕੇ ਕਹਿੰਦੇ ਚੱਲ ਵਾਪਸ। ਜਿਸ ਵੇਲੇ ਉਹ ਵਾਪਸ ਤੇ ਬੈਠੇ ਐ, ਬੁੱਕਲ ਮਾਰੀ ਹੋਈ ਹੈ, ਜਿਵੇਂ ਬੈਠਾ ਸੀ ਉਹ ਇੱਕ ਲਗਤ ਜਿਵੇਂ ਮੜ ਜਾ ਹਰੋਲਾ ਜਿਹਾ ਲੱਗਿਆ, ਅੱਖਾਂ ਖੋਲੀਆਂ। ਪੀਰ ਕਹਿੰਦਾ ਬੇਟਾ ਇਹ ਕੀ ਗੱਲ ਹੋ ਗਈ, ਐ ਹਰੋਲਾ ਜਿਹਾ ਵੱਜਿਆ ਨਾ। ਤੇ ਕਹਿੰਦੇ ਤੂੰ ਅੱਖਾਂ ਬੰਦ ਕੀਤੀਆਂ ਸੀ, ਇੰਨੇ ਕੁ ਚਿਰ ਦੇ ਵਿੱਚ ਕੀ ਦੇਖ ਲਿਆ ਤੈਂ? ਕਹਿੰਦਾ ਇੰਨਾ ਕੁ ਚਿਰੇ ਹੋਇਆ ਹੈ। ਉਹ ਕਹਿੰਦੇ ਇੱਕ ਤਾਂ ਅੱਖ ਝਮਕੀ ਆ, ਜੇ ਤਾਂ ਅੱਖ ਝਮਕ ਜਿੰਨੇ ਸਮੇਂ ਦੇ ਵਿੱਚ ਕੀ ਦੇਖਿਆ? ਤੂੰ ਅੱਖਾਂ ਬੰਦ ਕੀਤੀਆਂ, ਹੁਣੇ ਖੋਲਤੀਆਂ। ਕਹਿੰਦਾ ਨਾ ਪਿਤਾ ਜੀ, ਬਸ ਜਾਂ ਤਾਂ ਇਹ ਖੁਦਾ ਹੈ ਜਾਂ ਖੁਦਾ ਦਾ ਖਾਸ ਭੇਜਿਆ ਹੋਇਆ। ਮੈਂ ਤਾਂ ਅੱਖੀਂ ਦੇਖ ਕੇ ਆਇਆ, ਇੱਕ ਪਲਕ ਦੇ ਵਿੱਚ ਇੰਨਾ ਕੁਝ ਦਿਖਾ ਦਿੱਤਾ। ਲੱਖਾਂ ਪਤਾਲ ਦੇਖੇ, ਲੱਖਾਂ ਆਕਾਸ਼। ਤੇ ਕਹਿੰਦਾ ਹੱਦ ਹੋ ਗਈ। ਜਦ ਦੇਖਿਆ ਹੱਥਾਂ ਦੇ ਵਿੱਚ ਕਚਕੌਲ, ਉਹ ਕਹਿੰਦਾ ਇਹ ਕਿਵੇਂ ਹੋ ਗਿਆ ਇੱਕ ਪਲ ਚ? ਕਹਿੰਦਾ ਜੀ ਏਦੋਂ ਵੱਡਾ ਅਚਰਜ ਆ ਵੀ ਕਚਕੌਲ ਹੱਥ ਚ ਕੜਾਹ ਪ੍ਰਸ਼ਾਦ ਆ ਲਓ ਗਰਮ ਗਰਮ। ਕਹਿੰਦਾ ਇਹ ਕਿੱਥੋਂ ਆ ਗਿਆ? ਕਹਿੰਦਾ ਪਤਾਲ ਤੋਂ ਲੈ ਕੇ ਆਇਆ। ਭਾਈ ਗੁਰਦਾਸ ਲਿਖਦੇ ਨੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਆ ਜਿਹੜੇ ਕਹਿੰਦੇ ਨਾ ਵੀ ਕੱਲਾ ਮਰਦਾਨਾ ਹੀ ਸੀ, ਕਹਿੰਦੇ ਜੀ ਉੱਥੇ ਫਿਰ ਜੇ ਬਾਲਾ ਹੁੰਦਾ ਉਹ ਨਾ ਲਿਖਿਆ ਹੁੰਦਾ। ਇੱਥੇ ਸਾਜ਼ਾਂ ਦੀ ਗਿਣਤੀ ਹੈ, ਸਾਜ਼ ਵਜਾਉਣ ਵਾਲਿਆਂ ਦੀ ਗਿਣਤੀ ਹੈ। ਭਾਈ ਗੁਰਦਾਸ ਕਹਿੰਦੇ ਆ ਇੱਕ ਕੀਰਤਨ ਕਰਨ ਵਾਲਾ ਤੇ ਦੂਜਾ ਸਾਜ਼। ਇੱਕ ਭਾਈ ਵਾਲਾ ਤਾਂ ਬੈਠਾ ਸੀ, ਇਸ ਕਰਕੇ ਸਾਜ਼ੀਆਂ ਦੇ ਵਿੱਚ ਗਿਣਤੀ। ਸਟੇਜ ਤੇ ਬੈਠੇ ਹੁਣ 20 ਬੰਦੇ, ਕੀਰਤਨ ਕਰਦੇ ਨੇ 3 ਰਾਗੀ। ਉਹ ਕਹਿਣਗੇ ਕੀਰਤਨ ਕਰਨ ਵਾਲੇ ਕਿੰਨੇ ਨੇ? ਕਹਿੰਦੇ 3। ਇੱਕ ਤਬਲਾ ਵਜਾਉਂਦਾ ਹੈ, ਇੱਕ ਸਹਾਇਕ ਰਾਗੀ ਹੈ, ਇੱਕ ਮੁੱਖ ਰਾਗੀ ਹੈ। ਬਾਕੀ ਜਿਹੜੇ ਬੈਠੇ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੁੰਦੀ। ਇਸ ਕਰਕੇ ਭਾਈ ਵਾਲਾ ਕਹਿੰਦੇ ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ। ਸੁਨਮ ਨਗਰੀ ਭਈ ਪੀਰ ਦੇਖ ਪਿਆ ਹਰਾਨਾ। ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਉਹਨੇ ਧਿਆਨ ਸ਼ਕਤੀ ਦੁਆਰਾ ਦੇਖਿਆ ਤੇ ਬਹੁਤ ਵੱਡਾ ਫਕੀਰ ਹੈ ਕੋਈ। ਪੁੱਛਿਆ ਫਿਰ ਕੇ ਦਸਤਗੀਰ ਕੌਣ ਫਕੀਰ ਕਿਸ ਕਾ ਘਰਿਆਨਾ। ਆ ਗਿਆ ਜਦੋਂ ਆ ਕੇ ਪੁੱਛਿਆ ਸੀ, ਭਾਈ ਗੁਰਦਾਸ ਲਿਖਦੇ ਨੇ, ਕਹਿੰਦੇ ਉਸ ਵੇਲੇ ਗੁਰੂ ਨਾਨਕ ਦਾ ਨਹੀਂ ਬੋਲੇ, ਮਰਦਾਨਾ ਬੋਲਿਆ।
ਮਰਦਾਨੇ ਦੀ ਆਵਾਜ਼ ਲਿਖਦੇ ਨੇ ਭਾਈ ਗੁਰਦਾਸ, ਕਹਿੰਦੇ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਪਹਿਚਾਨਾ। ਮਰਦਾਨਾ ਬੋਲਿਆ, ਕਹਿੰਦੇ ਇਹ ਨਾਨਕ ਇਹਨਾਂ ਦਾ ਨਾਮ ਹੈ, ਕਲਯੁਗ ਦੇ ਵਿੱਚ ਖੁਦਾ ਹੀ ਆਇਆ, ਰੱਬ ਤੇ ਫਕੀਰ ਦੇ ਵਿੱਚ ਕੋਈ ਅੰਤਰਾ ਨਹੀਂ, ਇਹ ਇੱਕ ਨੂੰ ਹੀ ਪਹਿਚਾਣਦਾ, ਫਕੀਰਾਂ ਦੇ ਵਿੱਚ ਵੀ ਰੱਬ ਦੇ ਇੱਕ ਨੂੰ ਪਹੁੰਚ ਜਾਂਦਾ। ਧਰਤੇ ਆਕਾਸ਼ ਚੌਹਾਂ ਦਿਸ ਜਾਨਾ, ਇਹ ਤਾਂ ਪੂਰੀ ਧਰਤੀ 'ਚ ਜਾਣਿਆ ਗਿਆ ਤੇ ਤੁਸੀਂ ਫਿਰਦੇ ਹੋ ਪੱਥਰ ਮਾਰਨ ਨੂੰ। ਮਰਦਾਨੇ ਨੇ ਕਿਹਾ, ਪੁੱਛੇ ਪੀਰ ਤਕਰਾਰ ਕਰੇ ਫਕੀਰ ਵੱਡਾ ਆਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਪਾਤਾਲਾਂ ਆਕਾਸ਼ ਲੱਖ ਓੜਕ ਭਾਲੀ ਖਬਰਨ ਸੁਣਾਈ, ਫੇਰ ਦੁਰਾਇਨ ਦਸਤਗੀਰ ਅਸਾਂ ਵੀ ਵੇਖਾਂ ਜੇ ਤੋਹੇ ਪਾਈ। ਦੁਹਰਾ ਕੇ ਕਿਹਾ ਸੀ ਵੀ ਦਿਖਾ ਮੈਨੂੰ। ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਇੱਕ ਅੱਖ ਦੇ ਫੋਰੇ ਜਿੰਨੇ ਸਮਝਦੇ। ਭਰ ਕਚਕੌਲ ਪ੍ਰਸਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ, ਜਾਹਰ ਕਲਾ ਨਾ ਛਪੈ ਛਪਾਏ। ਇਸ ਕਰਕੇ ਵੀ ਉਸ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਜਿਹੜਾ ਹੈ ਤੇ ਉਹਨੂੰ ਕੋਈ ਵੀ ਉਹਦਾ ਅੰਤ ਨਹੀਂ ਪਾ ਸਕਦਾ ਹੈ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦਾ ਕਾਦਰ ਦਾ ਕੋਈ ਅੰਤ ਨਹੀਂ, ਉਹਦੀ ਕੁਦਰਤ ਦਾ ਅੰਤ ਨਹੀਂ ਹੈ। ਤੇ ਓੜਕ ਓੜਕ ਭਾਲ ਥਕੇ ਤੇ ਵੇਦ ਕਹਿਣ ਇੱਕ ਬਾਤ, ਸਾਰੇ ਇਹੀ ਗੱਲ ਕਹਿੰਦੇ ਨੇ। ਬਰਮਾ ਨੂੰ ਹੰਕਾਰ ਹੋ ਗਿਆ ਸੀ, ਉਹਦੇ ਬੜੇ ਪ੍ਰਸੰਗ ਆਉਂਦੇ ਆ। ਕਹਿੰਦਾ ਵੀ ਲੋਕਾਂ ਦੇ ਇੱਕ ਇੱਕ ਮੂੰਹ ਹੈ, ਮੇਰੇ ਅਖੇ ਚਾਰ ਨੇ। ਇਹ ਨਹੀਂ ਦੇਖਿਆ ਵੀ ਲੱਗੇ ਕਿਉਂ ਸੀ ਚਾਰ, ਕਿਹੜੀ ਗਲਤੀ ਹੋਈ ਸੀ। ਚਲੋ ਇਹ ਪ੍ਰਸੰਗ ਰਹਿਣ ਦਿਓ ਪਿੱਛੇ। ਕਹਿੰਦਾ ਮੇਰੇ ਚਾਰ ਮੂੰਹ ਨੇ, ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ, ਹਰਜੂ ਹੰਕਾਰ ਨਾ ਭਾਵੀ। ਤੇ ਇਹਨੂੰ ਮਾਣ ਸੀ ਵੀ ਮੈਂ ਦੁਨੀਆ ਨੂੰ ਰਚਿਆ, ਹੰਕਾਰ ਹੋ ਗਿਆ ਸੀ ਇਹਨੂੰ। ਪਹਿਲਾਂ ਵੀ ਹੰਕਾਰ ਹੋਇਆ, ਉਦੋਂ ਨਾਲੀ 'ਚ ਘੁੰਮਿਆ, ਦੁਬਾਰੇ ਹੰਕਾਰ ਹੋਇਆ, ਰੱਬ ਨੇ ਚੱਕਿਆ ਭਗਾ ਕੇ ਦੂਜੇ ਬ੍ਰਹਮੰਡ 'ਚ ਮਾਰਿਆ। ਜਿਵੇਂ ਰੋਡ ਖੂਹ ਛੱਡ ਦੀਦਾ, ਉੱਥੇ ਜਾ ਕੇ ਦੇਖਿਆ ਉੱਥੇ ਬਰਮਾ, ਉਹਦੇ 8 ਮੂੰਹ। ਕਹਿੰਦਾ ਹੱਦ ਹੋ ਗਈ, ਮੇਰੇ ਤਾਂ 4 ਨੇ, ਇਹਦੇ 8 ਮੂੰਹ ਨੇ। ਉਹਨੂੰ ਫਿਰ ਹੰਕਾਰ ਹੋ ਗਿਆ ਵੀ ਮੈਂ ਵੱਡਾ। ਇਸੇ ਤਰ੍ਹਾਂ 16 ਮੂੰਹਾਂ ਵਾਲਾ, 32 ਮੂੰਹਾਂ ਵਾਲਾ, 64 ਮੂੰਹਾਂ ਵਾਲਾ, ਇੱਕ ਅਖੀਰ ਦੇ 'ਚ ਗੁਰੂ ਗੋਬਿੰਦ ਸਿੰਘ ਲਿਖਦੇ 1000 ਮੂੰਹਾਂ ਵਾਲਾ ਬਰਮਾ। ਹੋਰ ਬ੍ਰਹਮੰਡ ਜਦੋਂ ਦੇਖਿਆ, ਸਾਰੇ ਬਰਮੇ ਲਾਣਾ ਇਕੱਠਾ ਹੋਇਆ ਵਾ। ਕਹਿੰਦੇ ਉਹਨੇ ਉੱਠ ਕੇ ਆ ਕੇ ਨਾ ਸਭ ਦਾ ਸਵਾਗਤ ਕੀਤਾ, ਹੱਥ ਜੋੜੇ। ਬਰਮਿਓ ਹੰਕਾਰ ਨਹੀਂ ਕਰਨਾ, ਮੈਂ 1000 ਮੂੰਹਾਂ ਵਾਲਾ ਬਰਮਾ, ਮੈਂ ਨਹੀਂ ਹੰਕਾਰ ਕਰਦਾ। ਤੁਸੀਂ 4 ਮੂੰਹਾਂ ਵਾਲੇ ਨੇ ਕਿਵੇਂ ਕਰ ਲਿਆ? ਕਹਿੰਦਾ ਜੀ ਬਸ ਮਾਨ ਟੁੱਟ ਗਿਆ, ਮੂੰਹਾਂ ਦਾ ਹੀ ਹੰਕਾਰ ਕਰ ਲਿਆ ਸੀ। ਤੇ ਇਸ ਕਰਕੇ ਉਹਦਾ ਅੰਤ ਨਾ ਬ੍ਰਹਮੰਡਾਂ ਦਾ, ਬਰਮਾ ਵਰਗਿਆਂ ਨੇ ਬਰਮੇ ਕਦ ਕਦ ਅੰਤ ਨਾ ਪਾਇਆ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਤੇ ਮਹਾਰਾਜ ਸਾਹਿਬ ਨੇ ਕਿਵੇਂ ਦਿਖਾਉਣਾ? ਜਿਵੇਂ ਗੁਰੂ ਨਾਨਕ ਨੇ ਪਤਾਲਾਂ ਆਕਾਸ਼ਾਂ ਨੂੰ ਇੱਕ ਅੱਖ ਦੇ ਫੋਰੇ ਵਿੱਚ ਦਿਖਾ ਦਿੱਤਾ। ਨਿਰੰਕਾਰ ਨੇ 4 ਤੋਂ 8 ਵਰਮਾਂ ਵਾਲੇ ਜਾਂ ਦੂਜੇ ਤੀਜੇ। ਇਹ ਨਾਸਤਕਾਂ ਦੇ ਹਜਮ ਹੋਣ ਵਾਲੀਆਂ ਗੱਲਾਂ ਨਹੀਂ ਹੈ। ਇਹ ਸ਼ਰਧਾਵਾਨ ਜਿਹੜੇ ਗੁਰਬਾਣੀ ਤੇ ਭਰੋਸਾ ਰੱਖਦੇ ਨੇ, ਜਿਹੜੇ ਗੁਰਬਾਣੀ ਦੇ ਅਰਥ ਆਪਣੀ ਮਰਜ਼ੀ ਅਨੁਸਾਰ ਕਰਨ ਵਾਲੇ ਨੂੰ, ਉਹਨਾਂ ਦੇ ਤਾਂ ਨੇੜੇ ਨੂੰ ਵੀ ਨਹੀਂ ਜਾ ਸਕੀਆਂ ਗੱਲਾਂ, ਸਿਰ ਦੇ ਉੱਤੋਂ ਨਹੀਂ ਲੰਘਣਗੀਆਂ। ਇਉਂ ਮਹਾਰਾਜ ਕਹਿੰਦੇ ਭਾਈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਨ ਇੱਕ ਬਾਤ। ਤੇ ਅੱਗੇ ਦੱਸਦੇ ਹਨ ਜੀ ਸਹਿਜ 18 ਕਹਿਨ ਕਤੇਬਾ ਅਸਲੂ ਇੱਕ ਧਾਤ। ਇਹ 2 ਪਾਠ ਹਨ ਭਾਈ। ਅਸਲੂ ਲੱਲਾ ਨਾਲੇ ਰੱਖਣਾ, ਅਸਲੂ ਇੱਕ ਧਾਤ ਐਂ ਬੋਲਣਾ। ਪਰ ਦੂਸਰਾ ਪਾਠ ਅਸਯਮ ਲੂ ਐਂ ਵੀ ਕਰਦੇ, ਇਹ ਨਹੀਂ ਤੁਸੀਂ ਕਰਨਾ। ਪਾਠ ਦੇ ਵਿੱਚ ਇਹ ਰੱਖਣਾ, ਪਰ ਜਾਣਕਾਰੀ ਹੋਣੀ ਚਾਹੀਦੀ ਹੈ। ਮੁਸਲਮਾਨ ਦੇ ਮਤ ਅਨੁਸਾਰ ਸਹਿਸ 18,000 ਆਲਮ ਹੈ। ਜੋ ਕਿਤਾਬਾਂ 4 ਕੁਰਾਨ, ਅੰਜੀਲ, ਤੌਰੇਤ, ਜ਼ਬੂਰ, ਇਹ 4 ਕਿਤਾਬਾਂ ਨੇ। ਉਹ ਵੀ ਇਹੀ ਕਹਿੰਦੀਆਂ ਨੇ ਅਸਲੂ ਕੀ ਅਸਲ ਦੇ ਵਿੱਚ ਤਾਂ ਇੱਕੋ ਹੀ ਰੱਬ ਹੈ, ਬਾਕੀ ਸਭ ਧਾਤ ਧਾ ਜਾਣ ਵਾਲੀ ਮਾਇਆ ਹੀ ਹੈ, ਨਾਸਵੰਤ ਹੀ ਹੈ। ਤੇ ਜਿਸ ਤਰ੍ਹਾਂ ਭਾਈ ਨੰਦ ਲਾਲ ਜੀ ਨੇ ਲਿਖਿਆ, ਕਹਿੰਦੇ ਕੀਏ ਕੁਨ ਸੇ ਆਲਮ 18,000 ਹੈ ਦੇ 1000 ਸਜਦਾ ਬਸੂ ਹੋਏ। ਤੋ ਇਹ ਕੁਨੰਦ ਕਹਿੰਦੇ ਉਹ ਪਰਮੇਸ਼ਰ ਬੇਅੰਤ ਹੀ ਹੈ। ਤੋ ਇਸ ਕਰਕੇ ਸਹਿਸ 1000 ਮੂੰਹਾਂ ਵਾਲਾ ਸ਼ੇਸ਼ ਨਾਗ, ਸਹਿਸ 1000 ਰਿਸ਼ੀ ਮੁਨੀ ਦੇਵਤੇ, 18 ਪੁਰਾਣ, ਕਤੇਬਾਂ, ਸਿਮਰਤੀਆਂ, ਸਾਰੇ ਉਸ ਪਰਮੇਸ਼ਰ ਨੂੰ ਬੇਅੰਤ ਬੇਅੰਤੀ ਕਹਿੰਦੇ ਨੇ। ਜਿਵੇਂ ਅਸ ਲੂ, ਅਸ ਘੋੜੇ ਦਾ ਇੱਕ ਲੂੰ, ਜਿਵੇਂ ਘੋੜੇ ਦੇ ਇੱਕ ਲੂੰ ਬਰਾਬਰ, ਇਉਂ ਪਰਮੇਸ਼ਰ ਦੇ ਸਰੀਰ ਦੇ ਵਿੱਚ, ਸਰੀਰ ਦੇ ਉਹਦੇ ਸਰੂਪ ਦੇ ਵਿੱਚ ਮਾਇਆ ਘੋੜੇ ਦੇ ਇੱਕ ਲੂੰ ਜਿੰਨੀ ਕਈ ਹੈ।
ਭਾਵ ਕਿ ਇਹ ਪਰਮੇਸ਼ਰ ਨੇ ਥੋੜੀ ਜਿਹੀ ਕਲਪਦਾਤਮ ਸੰਬੰਧ ਕਰਕੇ ਮਾਇਆ ਦੀ ਅੰਸ਼ ਆਪਣੇ ਚ ਗ੍ਰਹਿਣ ਕੀਤੀ ਹੋਈ ਹੈ। ਵਾਸਤਵ ਪਰਮੇਸ਼ਰ ਇੱਕ ਹੈ। ਰੋਮ ਰੋਮ ਵਿੱਚ ਰਖਿਓਨ ਕਰ ਬ੍ਰਹਮੰਡੇ ਕਰੋੜ ਸਮਾਇਆ। ਰੋਮ ਰੋਮ ਪ੍ਰਤ ਲਾਗੀ ਕੋਟ ਕੋਟ ਬ੍ਰਹਮੰਡ ਐਸਾ ਹੈ। ਅਸਲ ਵਿੱਚ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਹੈ। ਹੋਰ ਜੋ ਵੀ ਕੁਝ ਨਜ਼ਰ ਆ ਰਿਹਾ ਹੈ ਉਹ ਧਾਤ ਮਾਇਆ ਹੀ ਹੈ। ਧਾਤ ਕੀਏ ਜਾਣ ਵਾਲੀ ਹੈ, ਉਹ ਰਹੇਗੀ ਨਹੀਂ ਹਮੇਸ਼ਾ। ਲਿਖਾ ਹੋਏ ਤਾਂ ਲਿਖਿਆ, ਲਿਖਾ ਹੋਏ ਵਿਨਾਸ਼। ਉਹ ਕਹਿੰਦੇ ਜੀ ਫਿਰ ਮਾੜਾ ਮੋਟਾ ਕੋਈ ਲੇਖਾ ਲਿਖਿਆ ਵਾ ਹੋਵੇ, ਫਿਰ ਉਹਦਾ ਕਿਵੇਂ ਲੇਖਾ ਕੀਤਾ ਜਾਵੇ। ਮਹਾਰਾਜ ਨੇ ਉੱਤਰ ਦਿੱਤਾ, ਕਹਿੰਦੇ ਲੇਖਾ ਹੋਏ ਤਾਂ ਲਿਖੀਏ। ਸਿੱਧੋ ਜੇਕਰ ਉਸ ਪ੍ਰਭੂ ਦੀ ਰਚਨਾ ਦਾ ਲੇਖਾ ਹੋ ਸਕਦਾ ਹੋਵੇ ਤਾਂ ਲਿਖੀਏ। ਲੇਖਾ ਜਿਹੜਾ ਨਾ, ਲੇਖੇ ਕਰਨ ਵਾਲਾ ਆਪ ਹੀ ਵਿਨਾਸ਼ ਨਾਸ਼ ਹੋ ਜਾਂਦਾ। ਕੌਣ ਲੇਖਾ ਕਰੂਗਾ? ਭਾਵ ਉਹ ਬੇਅੰਤ ਹੈ, ਅਚਲ ਹੈ, ਅਲੇਖ ਹੈ, ਅਟਲ ਹੈ, ਉਹਦਾ ਲੇਖਾ ਨਹੀਂ ਹੋ ਸਕਦਾ। ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ। ਫਿਰ ਮਹਾਰਾਜ ਕਿਸ ਪ੍ਰਕਾਰ ਆਖੀਏ, ਕਹੀਏ ਕਿਸ ਪ੍ਰਕਾਰ ਉਸ ਨੂੰ ਦੱਸਦੇ ਨੇ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸਤਿਗੁਰੂ ਜੀ ਨੇ ਫਰਮਾਇਆ, ਸਿੱਧੋ ਉਸ ਪਰਮਾਤਮਾ ਦੇ ਤਾਈਂ ਵੱਡਾ ਕਰਕੇ ਆਖੀਏ, ਭਾਵ ਉਚਾਰਨ ਕਰੀਏ। ਉਹ ਆਪਣੀ ਮਹਿਮਾ ਅਤੇ ਸ੍ਰਿਸ਼ਟੀ ਨੂੰ ਆਪੇ ਆਪ ਹੀ ਜਾਣੇ ਕਿ ਇਹ ਜਾਣਦਾ ਹੈ। ਹੋਰ ਕੋਈ ਉਹਦੀ ਰਚਨਾ ਨੂੰ ਨਹੀਂ ਜਾਣ ਸਕਦਾ। ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਉਹ ਸੁਣ ਕੇ ਕਹਿ ਰਹੇ ਨਾ ਵੱਡਾ, ਉਹਨੂੰ ਵੱਡਾ ਵੀ ਕਹਿਣਾ ਉਹਦੀ ਕੋਈ ਵਡਿਆਈ ਨਹੀਂ, ਪਰ ਦੇਖਿਆ ਤਾਂ ਕਿਸੇ ਨੇ ਵੀ ਕਿੱਡਾ ਕੁ ਵੱਡਾ ਹੈ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਇਉਂ ਫਿਰ ਸਿੱਧਾਂ ਦੀ ਤਸੱਲੀ ਕਰਾ ਦਿੱਤੀ ਤੇ ਸਿੱਧਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਫਿਰ ਕਿਸ ਪ੍ਰਕਾਰ ਲਖਣਾ ਕਰੀਏ, ਜਾਣਨਾ ਕਰੀਏ। ਦੂਸਰਾ ਅਰਥ ਜਵਾਬ ਦੇ ਵਿੱਚ ਹੈ, ਅਥਵਾ ਕਰਤਾਰਪੁਰ ਸਿੱਖਾਂ ਨੇ ਕਿਹਾ, ਮਹਾਰਾਜ ਕਿਰਪਾ ਕਰੋ ਦੱਸੋ ਵੀ ਅਸੀਂ ਵਾਹਿਗੁਰੂ ਨੂੰ ਕਿਵੇਂ ਜਾਣੀਏ। ਫਿਰ ਮਹਾਰਾਜ ਸਾਹਿਬ ਨੇ ਇਹਦੇ ਦੂਸਰੇ ਅਰਥ ਦੇ ਵਿੱਚ ਗੁਰਸਿੱਖਾਂ ਨੂੰ ਸਮਝਾਉਂਦੇ ਹਨ, ਸੁਣੋ ਜੀ। ਪਾਤਾਲਾ ਪਾਤਾਲ ਲਖ ਆਗਾਸ ਆਗਾਸ। ਜੋ ਪਰਮੇਸ਼ਰ ਵਾਹਿਗੁਰੂ ਪਾਤਾਲਾਂ ਦਾ ਵੀ ਪਾਤਾਲ ਹੈ ਕਿ ਅਧਿਸ਼ਠਾਨ ਰੂਪ ਹੈ, ਉਹਨਾਂ ਦਾ ਆਸਰਾ ਹੈ, ਤੇ ਅਗਾਸਾਂ ਦਰ ਅਗਾਸ ਜਿਹੜੇ ਇਹਨਾਂ ਦਾ ਵੀ ਉਹ ਆਸਰਾ ਰੂਪ ਹੈ। ਬਿਨ ਥੰਮਾ ਗਗਨ ਰਹਾਇਆ ਸ਼ਕਤੀ ਹੈ, ਉਹ ਸ਼ਕਤੀ ਨਾਲ ਰੱਖੇ ਹੋਏ ਨੇ। ਆਗਾਸ਼ਾਂ ਨੂੰ ਵੀ ਆਗਾਸ ਭਾਵ ਅਵਕਾਸ਼ ਬੇਲ ਦੇਣ ਵਾਲਾ ਹੈ, ਉਹਨੂੰ ਲੱਖ ਜਾਣਨਾ ਕਰੋ। ਇੱਥੇ ਲੱਖ ਦਾ ਅਰਥ ਜਾਣਨਾ ਆਏਗਾ ਕਿਉਂਕਿ ਦੂਰਾ ਅਰਥ ਹੈ, ਪਹਿਲਾਂ ਦੱਸਿਆ ਸੀ ਨਾ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਜਗਿਆਸੂ ਜਨਾਂ ਨੇ ਪਾਤਾਲ ਦੀ ਨਿਆਈ, ਪਤਾਲ ਨੀਵੀਂ ਹੈ ਨਾ, ਆਕਾਸ਼ ਉੱਚਾ ਹੈ, ਪਤਾਲ ਦੀ ਨਿਆਈ ਨਿਮਰਤਾ ਧਾਰਨ ਕਰ ਲਈ। ਜੇ ਕੋਈ ਉੱਚਾ ਨੀਵਾਂ ਬੋਲਦਾ ਹੈ ਹੱਥ ਜੋੜ ਦਿੰਦੇ ਹੈ, ਬਿਨਾਂ ਕਸੂਰ ਕਰੇ ਵੀ ਮਾਫੀ ਮੰਗ ਲੈਂਦੇ ਹੈ। ਜਿਹਦੇ 'ਚ ਨਿਮਰਤਾ ਹੈ, ਜਿਹਦੇ 'ਚ ਹੰਕਾਰ ਹੋਊਗਾ ਗਲਤੀ ਕਰਕੇ ਵੀ ਗਲ ਨੂੰ ਪਊਗਾ, ਉਹ ਨਹੀਂ ਮੰਨਦਾ, ਕਹੂਗਾ ਨਾ ਮੇਰੀ ਨਹੀਂ ਕਸੂਰ ਹੈ, ਕਿਉਂਕਿ ਹੰਕਾਰ ਹੈ। ਕਹਿੰਦੇ ਜਿਨ੍ਹਾਂ 'ਚ ਨਿਮਰਤਾ ਆ ਗਈ, ਪਤਾਲ ਦੀ ਨਿਆਈ ਨਿਮਰਤਾ ਧਾਰਨ ਕਰ ਲਈ। ਜਿਵੇਂ ਪਾਣੀ ਨੱਠ ਕੇ ਜਾਂਦਾ ਨੇ ਨੀਵੇਂ ਥਾਂ ਨੂੰ, ਕਹਿੰਦੇ ਰੱਬ ਤਾਂ ਦੌੜ ਕੇ ਆਉਂਦਾ ਫਿਰ ਉਸ ਹਿਰਦੇ ਦੇ ਵਿੱਚ ਨੂੰ, ਪਹਿਲਾਂ ਆਪਣਾ ਨਾਮ ਭੇਜਦਾ ਹੈ। ਜਿਵੇਂ ਬੜੇ ਲੋਕਾਂ ਨੇ ਆਉਣਾ ਹੋਵੇ, ਵੱਡੇ ਅਫਸਰ ਨੇ ਪਹਿਲਾਂ ਛੋਟਿਆਂ ਨੂੰ ਭੇਜ ਦਿੰਦਾ ਵੀ ਤੁਸੀਂ ਚਲੋ ਮੈਂ ਆਉਣਾ ਹੈ। ਜਦੋਂ ਰੱਬ ਨੇ ਆਉਣਾ ਹੋਵੇ ਤਾਂ ਪਹਿਲਾਂ ਆਪਣਾ ਨਾਮ ਭੇਜ ਦਿੰਦਾ ਹਿਰਦੇ 'ਚ, ਫਿਰ ਨਾਮ ਦੁਆਰਾ ਫਿਰ ਆਪ ਵੀ ਆ ਜਾਂਦਾ ਹੈ। ਇਸ ਕਰਕੇ ਫਿਰ ਪਾ ਜਮਾ ਤਾਲ, ਇਸ ਕਰਕੇ ਤਾਲ ਲੱਖ ਸਰੂਪ ਦੇ ਤਾਈਂ ਫਿਰ ਪਾ ਲੈਂਦੇ ਨੇ ਉਹ। ਤੇ ਆਗਾਸਾਂ ਤੋਂ ਚਿਦਾਕਾਸ਼ ਰੂਪੀ ਜੋ ਬ੍ਰਹਮ ਚੇਤਨ ਸਰੂਪ ਹੈ, ਉਸ ਦਾ ਆ ਕਰਕੇ ਵਿਸ਼ੇਸ਼ ਕਰਕੇ ਗਾਸ ਕੇ ਇਹ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ। ਇਹ ਦੂਰੇ ਅਰਥ ਇਸ ਤਰ੍ਹਾਂ ਲੱਗਦੇ ਨੇ। ਅੱਗੇ ਦੱਸਦੇ ਹਨ ਜੇ, ਓੜਕ ਓੜਕ ਭਾਲ ਥਕੇ ਵੇਦ ਕਹਿਨ ਇੱਕ ਬਾਤ। ਓੜਕ ਹੱਦ ਦਾ ਨਾਂ ਹੈ। ਸ੍ਰਿਸ਼ਟੀ ਦੀ ਹੱਦ ਕੀ ਹੈ? ਹਿਰਨ ਗਰਭ। ਹਿਰਨ ਗਰਭ ਕਿਹਨੂੰ ਕਹਿੰਦੇ ਨੇ? ਜੋ ਸਾਰੇ ਜੀਵਾਂ ਦੀ ਸੁਪਨ ਦੀ ਅਵਸਥਾ ਨੂੰ ਹਿਰਨ ਨਾਮ ਪ੍ਰਕਾਸ਼ਣ ਦਾ ਹੈ, ਗਰਭ ਨਾਮ ਕਰਨ ਦਾ। ਸਾਰਿਆਂ ਦੀ ਸੁਪਨੇ ਦੀ ਅਵਸਥਾ ਨੂੰ ਜਿਹੜਾ ਪ੍ਰਕਾਸ਼ ਕਰਨ ਵਾਲਾ ਹੈ ਉਹਨੂੰ ਕਹਿੰਦੇ ਨੇ ਹਿਰਨ ਗਰਭ। ਈਸ਼ਵਰ ਦੀਆਂ ਤਿੰਨ ਦੇਹਾਂ ਜਿਹੜੀਆਂ ਮੰਨੀਆਂ ਨੇ, ਜਿਹੜਾ ਅਸਥੂਲ ਸਰੂਪ ਹੈ ਈਸ਼ਵਰ ਦਾ ਉਹਨੂੰ ਵਿਰਾਟ ਕਹਿੰਦੇ ਨੇ। ਤੇ ਇਸ ਪ੍ਰਕਾਰ ਜਿਹੜਾ ਨਾ ਜੀਵ ਦੀਆਂ ਵੀ ਤਿੰਨ ਦੇਹਾਂ
ਤੇ ਈਸ਼ਵਰ ਦੀਆਂ ਵੀ 3 ਦੇਹਾਂ। ਉਹ ਪਿੱਛੇ ਕਥਾ ਹੋ ਚੁੱਕੀ ਹੈ, ਇੱਥੇ ਆਪਾਂ ਬਹੁਤਾ ਨਾ ਖੋਲੀਏ ਇਸ ਨੂੰ। ਤੇ ਇਸ ਕਰਕੇ ਸ੍ਰਿਸ਼ਟੀ ਦਾ ਓੜਕ ਹੱਦ ਕੀ ਹੈ? ਹਿਰਨ ਗਰਭ, ਜੋ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਹੈ। ਹਿਰਨ ਗਰਭ ਦਾ ਓੜਕ ਕੀ ਹੈ? ਹੱਦ ਰੂਪ ਈਸ਼ਵਰ ਬ੍ਰਹਮ ਆਪ ਹੀ ਹੈ। ਉਹਦੇ ਸਿਰੇ ਨੂੰ ਬਰਮਾ ਆਦਿ ਭਾਲ ਲੱਭਦੇ ਹੋਏ ਥੱਕ ਗਏ, ਉਹ ਅੰਤ ਨਹੀਂ ਪਾ ਸਕੇ। ਵੇਦ ਵੀ ਇੱਕੋ ਬਾਤ ਕਹਿੰਦੇ ਨੇ, ਉਹ ਪਰਮੇਸ਼ਰ ਬੇਅੰਤ ਬੇਅੰਤ ਹੈ। ਸਾਰਿਆਂ ਸਥਾਨਾਂ ਦੀ ਆਨੰਦ ਦੀ ਅਹੁਦੀ ਜਿਹੜੀ ਹੈ ਓੜਕ, ਉਹ ਹਿਰਨ ਗਰਭ ਦਾ ਸਥਾਨ ਹੈ। ਹਿਰਨ ਗਰਭ ਦਾ ਜਿਹੜੀ ਅਹੁਦੀ ਆਨੰਦ ਦਾ ਓੜਕ ਈਸ਼ਵਰ ਹੈ। ਉਹ ਬ੍ਰਹਮ ਨੂੰ ਸਾਰੇ ਲੋਕ ਭਾਲ ਕੇ ਥੱਕ ਗਏ, ਉਹ ਆਪ ਹੀ ਆਪ ਹੈ, ਆਪ ਇਸ ਰੂਪ ਨੂੰ ਦੇ ਹੈ। ਵੇਦ ਇਸ ਬਾਰੇ ਬਾਤ ਇੱਕੋ ਹੀ ਗੱਲ ਕਹਿੰਦਾ ਹੈ। ਉਹਦਾ ਵਚਨ ਹੈ ਵੀ ਜਿਹੜਾ ਓੰਕਾਰ ਹੈ, ਏਕ ਹੂੰ ਬਹੁ ਸ਼ਿਆਮਾ ਪਰਜਾਇਆ ਤੇ ਏਕੇਮੇਵਾ ਦੁਤੀ ਬ੍ਰਹਮ। ਉਹ ਵੇਦ ਇਹ ਗੱਲ ਕਹਿੰਦੇ, ਗਿਆਤ ਬਾਤ ਬਚਨ ਇੱਕੋ ਹੀ ਪ੍ਰਭੂ ਨੂੰ ਕਹਿਣ ਕੀ ਕਥਨ ਕਰਦੇ ਨੇ ਕਿ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵੇਦਾਂ ਦੀ ਕੁੱਲ ਸੁਰਤੀ ਜਿਹੜੀ ਹੈ 1 ਲੱਖ ਹੈ। 80,000 ਕਰਮਕਾਂਡ, 16,000 ਉਪਾਸਨਾ ਕਾਂਡ, 4,000 ਜਿਹੜਾ ਹੈ ਉਹ ਤਤਵ ਗਿਆਨ ਹੈ, ਏਕਤਾ ਦਾ ਬੋਧ ਕਰਾਉਣ ਵਾਲਾ ਹੈ। ਸੋ ਬਾਅਦ ਸਾਰੇ ਵੇਦ ਸ਼ਾਸਤਰ ਪੁਰਾਣ ਰਿਸ਼ੀ ਮੁਨੀ ਉਹਦਾ ਕੋਈ ਅੰਤ ਨਹੀਂ ਪਾ ਸਕਦੇ ਹਨ। ਐਸਾ ਹੈ ਪਰਮੇਸ਼ਰ ਜੀ। 18 ਕਹਿਨ ਕਤੇਬਾ ਅਸਲੂ ਇਕ ਧਾਤ। ਸਹਿਸ ਹਜ਼ਾਰਾਂ ਹੀ ਧਾਰਮਿਕ ਗ੍ਰੰਥ, 18 ਪੁਰਾਣ, ਮਹਾਭਾਰਤ ਦੇ 18 ਪਰਬ, ਕਤੇਬਾਂ, ਕੁਰਾਨ, ਇੰਜੀਲ, ਤੌਰੇਤ, ਜ਼ਬੂਰ, ਜਾਂ ਫਿਰ ਹੋਰ ਕਿਤਾਬਾਂ ਕਹੀਏ, ਗ੍ਰੰਥ, ਸਿਮਰਤੀਆਂ, ਜੋ ਇੱਕ ਏਕਤਾ ਦੇ ਬੋਧ ਬਚਨ ਕਰਨ ਵਾਲੇ ਨੇ ਕਹਿਣ ਕਹੇ ਹਨ, ਉਹ ਵੀ ਪ੍ਰਭੂ ਦੀ ਪ੍ਰਾਪਤੀ ਵਾਸਤੇ ਪ੍ਰਮਾਣਿਕ ਹਨ। ਪਰ ਅਸਲ ਵਾਸਤਵ ਦੇ ਵਿੱਚ ਹੋਰ ਕੋਈ ਧਾ ਜਾਣ ਵਾਲੀ ਮਾਇਆ ਰੂਪ ਹੈ। ਅਸਲ ਵਿੱਚ ਪ੍ਰਭੂ ਪਰਮੇਸ਼ਰ ਹੀ ਧਾਤ ਕੀ ਹੈ? ਯਥਾਰਥ ਹੈ। ਜਿਵੇਂ ਸੋਨੇ ਦੇ ਗਹਿਣੇ ਨੇ, ਉਹਨਾਂ ਤੇ ਯਥਾਰਥ ਕੀ ਹੈ? ਸੋਨਾ। ਬਾਕੀ ਗਹਿਣਿਆਂ ਦੇ ਨਾਮ ਤੇ ਰੂਪ ਧਾ ਜਾਣ ਵਾਲੇ ਨੇ, ਖਤਮ ਹੋ ਜਾਣ ਵਾਲੇ ਨੇ। ਇਹ ਸੌਖਾ ਸਮਝ ਆਇਆ ਆਊਗਾ। ਇਹ ਸਮਝ ਲਓ ਵੀ ਸੋਨੇ ਦਾ ਕੜਾ ਬਣ ਗਿਆ। ਆਮ ਹੈ ਦੁਨਿਆਵੀ ਮਸਾਲਾ, ਸੋਨੇ ਦਾ ਕੜਾ ਬਣ ਗਿਆ ਤੇ ਉਹਨੂੰ ਕੀ ਕਹਿਣ ਲੱਗੇ? ਕੜਾ। ਸੋਨਾ ਕਹਿਣਾ ਤਾਂ ਬੰਦ ਹੋ ਗਿਆ ਨਾ। ਸੋਨਾ ਕੜਾ ਬਣ ਕੇ ਕੜਾ ਕਹਾਉਣ ਲੱਗ ਗਿਆ। ਕੜੇ ਵਿੱਚ ਹੈ ਕਿ ਸੋਨੇ ਤੋਂ ਬਿਨਾਂ ਕੁਝ ਵੀ ਨਹੀਂ ਹੈ। ਤੇ ਪਰਮਾਤਮਾ ਸੰਸਾਰ ਨੂੰ ਬਣਾ ਕੇ ਸੰਸਾਰ ਦਾ ਰੂਪ ਹੀ ਹੈ। ਬੇਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਪਰ ਨਜ਼ਰੀ ਕਿਹਨਾਂ ਨੂੰ ਆਇਆ? ਸੁਨਿਆਰੇ ਨੂੰ ਪਤਾ ਵੀ ਸੋਨਾ ਹੀ ਹੈ। ਖਰੀਦਣ ਵਾਲਾ ਕਹਿੰਦਾ ਕੜਾ ਖਰੀਦ ਕੇ ਲਿਆਇਆ। ਤੇ ਫਿਰ ਇੱਕ ਹੋਰ ਗੱਲ ਹੈ ਇਹਦੇ 'ਚ, ਜਿਹੜਾ ਅੱਜ ਕੜਾ ਕਿਹਾ ਗਿਆ, ਕੜੇ ਦੇ ਵਿੱਚ 2 ਚੀਜ਼ਾਂ ਹੋ ਗਈਆਂ। ਕੜੇ ਦਾ ਆਕਾਰ ਰੂਪ ਹੈ, ਇਹ ਗੋਲ ਹੋ ਗਿਆ ਨਾ ਹੱਥ 'ਚ ਪਾਉਣ ਵਾਸਤੇ, ਤੇ ਉਹਦਾ ਨਾਮ ਪੈ ਗਿਆ ਕੜਾ। ਹੈ ਸੋਨਾ। ਅੱਜ ਜਿਹੜਾ ਕੜਾ ਹੈ, ਕੱਲ ਨੂੰ ਜਦੋਂ ਟੁੱਟ ਗਿਆ, ਸੁਨਿਆਰੇ ਦੇ ਚਲਿਆ ਗਿਆ, ਜਿਹਦਾ ਕੜਾ ਸੀ ਉਹ ਕਹਿੰਦਾ ਮੈਂ ਤਾਂ ਬਥੇਰਾ ਪਾ ਲਿਆ, ਹੁਣ ਤੂੰ ਐਂ ਕਰ, ਮੇਰੇ ਘਰ ਵਾਲੀ ਕਹਿੰਦੀ ਵੀ ਚੂੜੀਆਂ ਬਣਾ ਦੇ, ਚੂੜੀ ਬਣਾ ਦੇ ਹੁਣ ਤੂੰ ਇਹਦੀ। ਉਸੇ ਸੋਨੇ ਦੀ ਚੂੜੀ ਬਣਾਤੀ। ਜਿਹੜਾ ਪਹਿਲਾਂ ਕੜਾ ਸੀ ਹੁਣ ਚੂੜੀ ਬਣ ਗਿਆ, ਫਿਰ ਬੀਬੀਆਂ ਦਾ ਗਹਿਣਾ ਹੋ ਗਿਆ। ਜਿਹੜਾ ਅੱਜ ਪੁਰਸ਼ ਰੂਪ ਦੇ ਅੰਦਰ ਹੈ, ਹੁਣ ਇਹ ਨਾਮ ਤੇ ਰੂਪ ਦੋਨੇ ਝੂਠੇ ਸੀ। ਕੜੇ ਦਾ ਨਾਮ ਕੜਾ, ਕੜੇ ਦਾ ਆਕਾਰ ਦੋਨੇ ਝੂਠੇ ਸੀ। ਸੱਚ ਕੀ ਸੀ? ਸੋਨਾ। ਤੇ ਉਹ ਅੱਗੇ ਚੂੜੀ ਬਣ ਗਿਆ, ਫਿਰ ਵੀ ਸੋਨਾ ਹੈ। ਅੱਜ ਜਿਹੜਾ ਗਹਿਣਾ ਰੂਪ ਦੇ ਅੰਦਰ ਪੁਰਸ਼ ਦੇ ਰੂਪ ਦੇ ਵਿੱਚ ਹੈ, ਕੱਲ ਨੂੰ ਇਸਤਰੀ ਰੂਪ ਦੇ ਵਿੱਚ ਚੂੜੀ ਬਣ ਗਿਆ। ਨਾਮ ਤੇ ਰੂਪ ਦੋਨੇ ਮਿਥਿਆ ਨੇ। ਪਰਮੇਸ਼ਰ ਸੰਸਾਰ ਨੂੰ ਸਾਜਦਾ ਹੈ। ਮਾਇਆ ਦੇ 2 ਰੂਪ ਨੇ, ਨਾਮ ਤੇ ਰੂਪ ਮਾਇਆ ਦੀਆਂ ਅੰਸ਼ ਹਨ। ਜਿਹੜਾ ਕੁਝ ਦਿਸਦਾ ਇਹ ਮਾਇਆ ਹੈ। ਸਤ ਚੇਤਨ ਆਨੰਦ ਬ੍ਰਹਮ ਦੀ ਅੰਸ਼ ਹੈ, ਉਹ ਪਰਮੇਸ਼ਰ ਹੈ। ਯਾਨੀ ਸੋਨਾ ਸਤ ਹੈ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਬਖਾਨੀ, ਮਹਾਰਾਜ ਨੇ ਪ੍ਰਮਾਣ ਦਿੱਤਾ ਇਹਦਾ। ਸੋ ਇਸ ਕਰਕੇ ਇਹਦਾ ਪ੍ਰਮਾਣ ਦੇ ਕਰਕੇ ਸਮਝਾਇਆ। ਤੇ ਜਿਵੇਂ ਦੂਸਰੀ ਮਿਸਾਲ ਹੈ ਵੀ ਰੱਸੀ ਪਈ ਹੈ ਅੰਧੇਰੇ ਦੇ ਵਿੱਚ, ਇੱਕ ਨੂੰ ਸੱਪ ਦੀ ਕਲਪਨਾ ਹੋ ਗਈ ਵੀ ਸੱਪ ਪਿਆ, ਦੂਜੇ ਨੂੰ ਮਾਲਾ ਦੀ ਕਲਪਨਾ ਹੋ ਗਈ ਵੀ ਫੁੱਲਾਂ ਦੀ ਮਾਲਾ ਪਈ ਹੈ, ਤੇ ਤੀਜਾ ਕਹਿੰਦਾ ਧਰਤੀ ਜੇ ਤਰੇੜ ਪਾਟੀ ਹੋਈ ਹੈ। ਤੇ ਸੱਚ ਕੀ ਹੈ ਇਹਨਾਂ 'ਚ? ਨਾ ਸੱਪ ਸੱਚ ਹੈ, ਨਾ ਫੁੱਲਾਂ ਦੀ ਮਾਲਾ ਸੱਚ ਹੈ, ਨਾ ਧਰਤੀ ਦੀ ਤਰੇੜ ਹੈ। ਸੱਚ ਤਾਂ ਇਹ ਵੀ ਰੱਸੀ ਹੈ। ਰੱਸੀ ਦਿਸਦੀ ਕਦੋਂ ਹੈ? ਜਦੋਂ ਚਾਨਣਾ ਹੋ ਗਿਆ।
ਉਹ ਕਹਿੰਦਾ ਉਹ ਤਾਂ ਭਈ ਰੱਸੀ ਹੈ। ਜਿਹਨੂੰ ਚਾਨਣਾ ਅੱਖਾਂ ਕੰਮ ਕਰਦੀਆਂ ਉਹ ਕਹਿੰਦਾ ਤਾਂ ਰੱਸੀ ਹੈ। ਰੱਸੀ ਦਾ ਜਿਹੜਾ ਰੂਪ ਭੁੱਲਣ ਤੋਂ, ਰੱਸੀ ਦਾ ਵਾਸਤਵ ਰੂਪ ਭੁੱਲ ਗਿਆ ਤੇ ਸੱਪ ਪੈਦਾ ਹੋ ਗਿਆ। ਰੱਬ ਸਾਨੂੰ ਭੁੱਲ ਗਿਆ, ਸੰਸਾਰ ਪੈਦਾ ਹੋ ਗਿਆ। ਜਦੋਂ ਰੱਬ ਰੱਸੀ ਦੀ ਤਿਆਈ ਵਾਸਤਵ ਰੂਪ ਸੱਚ ਚੇਤਨ ਆਨੰਦ ਸੋਨੇ ਦੀ ਕੜਿਆਂ ਦੀ ਨਿਆਈ ਸੋਨਾ ਰੂਪ ਦਿਸਣ ਲੱਗ ਗਿਆ, ਝੰਜਟ ਸਾਰਾ ਖਤਮ ਹੋ ਗਿਆ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਤੋਂ ਇਸ ਕਰਕੇ ਇਹ ਸਾਰਾ ਕੁਝ ਵਾਸਤਵ ਦੇ ਵਿੱਚ ਜਿਹੜਾ ਬ੍ਰਹਮ ਹੈ, ਜਿਹੜੇ ਜੜ ਇੰਦਰੀਆਂ ਤੇ ਇਹਨਾਂ ਇੰਦਰੀਆਂ ਨੂੰ ਜਤ ਵਿੱਚ ਰੱਖਣਾ, ਇਹਨੂੰ ਬਣਾ ਲਵੇ ਭੱਠੀ। ਸੁਖ ਦੁੱਖ ਦੀ ਬਿਰਤੀ ਨੂੰ ਸਮਾਨ ਰੱਖਣਾ, ਸੁਨਿਆਰਾ ਕਰ ਲਵੇ। ਭਉ ਦੀ ਖਲ ਤਪ ਰੂਪ ਅਗਨੀ ਸੇਕ ਦੇਵੇ। ਪ੍ਰੇਮ ਦੀ ਕੁਠਾਲੀ ਚ ਢਾਲੇ ਫਿਰ ਇਹਨੂੰ ਆਪਣੇ ਜੀਵਨ ਨੂੰ। ਅਲਪਗਪਣਾ ਸੀ ਜਿਹੜਾ ਇਹਦੇ ਢਲ ਕੇ ਹੰਗਤਾ ਦੀ ਮੈਲ ਇੱਕ ਪਾਸੇ ਨਿਕਲ ਕੇ 12 ਬੰਨੀ ਦਾ ਸੋਨਾ ਬਣ ਜਾਂਦਾ ਹੈ। ਸੁਧ ਬ੍ਰਹਮ ਜੋਤੀ ਸਰੂਪ ਵਾਹਿਗੁਰੂ ਰਹਿ ਜਾਊਗਾ। ਇਹ ਇਸ ਪ੍ਰਕਾਰ ਜਥਾਰਤ ਬ੍ਰਹਮ ਦਾ ਜਿਹੜਾ ਉਹ ਗਿਆਨ ਹੁੰਦਾ ਹੈ। ਬਾਕੀ ਧਾ ਜਾਣ ਵਾਲੀ ਮਾਇਆ ਜਿਹੜੀ ਇੱਕ ਪਾਸੇ ਨਾਮ ਤੇ ਰੂਪ ਮਿਥਿਆ ਨ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਸਰੀਰ ਸਮਾਪਤ ਹੋ ਰਹੇ ਨੇ। ਸੋ ਇਸ ਕਰਕੇ ਮਹਾਰਾਜ ਦੱਸਦੇ ਨੇ ਕਿ ਲਿਖਾ ਹੋਏ ਤਾਂ ਲਿਖਿਆ, ਲਿਖਾ ਹੋਏ ਵਿਨਾਸ਼। ਮਹਾਰਾਜ ਕਹਿੰਦੇ ਗੁਰਸਿੱਖੋ, ਉਸ ਬ੍ਰਹਮ ਦਾ ਵਿਦਿਆ ਕਰਕੇ, ਗਿਆਨ ਕਰਕੇ, ਲੇਖਾ ਹਿਰਦੇ ਦੇ ਵਿੱਚ ਲਿਖੀਏ, ਲਿਖ ਲਈਏ, ਭਾਵ ਗਿਆਨ ਨੂੰ ਹਿਰਦੇ 'ਚ ਵਸਾ ਲਈਏ, ਤੇ ਫਿਰ ਕੀ ਹੋਗੇ? ਜੰਮਣ ਮਰਨ ਦੇ ਲੇਖੇ ਕੀ ਸਾਰੇ ਵਿਨਾਸ਼, ਸਾਰੇ ਲੇਖੇ ਵਿਨਾਸ਼ ਕੀ ਨਾਸ ਹੋ ਜਾਂਦੇ ਨੇ। ਮੁੜ ਕੇ ਜੰਮਣਾ ਮਰਨਾ ਨਹੀਂ ਹੁੰਦਾ, ਫਿਰ ਲੇਖਿਆਂ ਵਿੱਚ ਨਹੀਂ ਪੈਂਦਾ ਹੈ। ਫਿਰ ਇਹਨੂੰ ਸਮਝੋ ਇੱਕ ਵਾਰੀ। ਮਹਾਰਾਜ ਕਹਿੰਦੇ ਜੇ ਉਸ ਬ੍ਰਹਮ ਦੀ ਵਿਦਿਆ, ਬ੍ਰਹਮ ਵਿਦਿਆ ਜਿਹੜੀ ਹੈ ਗਿਆਨ, ਉਹਦਾ ਲੇਖਾ ਹਿਰਦੇ ਵਿੱਚ ਲਿਖ ਰਹੀਏ ਗਿਆਨ ਦਾ, ਜਿਵੇਂ ਰੱਸੀ ਦਾ ਗਿਆਨ ਹੋਇਆ, ਸੱਪ ਖਤਮ ਹੋਇਆ, ਗਿਆਨ ਨੂੰ ਹਿਰਦੇ 'ਚ ਵਸਾ ਲਈਏ ਤਾਂ ਜੰਮਣ ਮਰਨ ਦੇ ਲੇਖੇ ਸਾਰੇ ਵਿਨਾਸ਼ ਹੋ ਜਾਂਦੇ, ਨਾਸ ਹੋ ਜਾਂਦੇ ਨੇ। ਮੁੜ ਕੇ ਜੰਮਣਾ ਮਰਨਾ ਨਹੀਂ ਹੁੰਦਾ, ਉਹਦੇ 'ਚ ਨਹੀਂ ਪੈਣਾ ਪੈਂਦਾ। ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜਗ ਵਿੱਚ ਆਏ, ਇਹ ਦਾਤ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਜੀ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਵੱਡਾ ਤ੍ਰੈ ਕਾਲ ਆਵਾਜ਼ ਰੂਪ ਪਰਮਾਤਮਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਉਚਾਰਨ ਕਰਦੇ ਨੇ ਕਿ ਲਖਣਾ ਬਿਰਤੀ ਕਰਕੇ ਆਖੀਏ। ਲਖਣਾ ਬਿਰਤੀ ਦੁਆਰਾ ਜਾਣਿਆ ਜਾਂਦਾ, ਸ਼ਕਤੀ ਬਿਰਤੀ ਕਰਕੇ ਤਾਂ ਜਾਣ ਨਹੀਂ ਹੁੰਦਾ। ਕਥਨ ਕਰਦੇ, ਸ਼ਕਤੀ ਬਿਰਤੀ ਦੁਆਰਾ ਕਥਨ ਕਰਨ ਵਾਲੇ ਦਾ ਨਾਸ ਹੋ ਜਾਂਦਾ ਹੈ। ਤੇ ਇਸ ਕਰਕੇ ਸ਼ਕਤੀ ਬਿਰਤੀ ਕੀ ਹੈ, ਲਖਣਾ ਬਿਰਤੀ ਕੀ ਹੈ, ਇਹ ਬਹੁਤ ਗੂੜ ਵਿਚਾਰ ਸਾਗਰ ਵਿੱਚ ਆਉਂਦੀ ਹੈ ਪਰ ਮੋਟੇ ਤੌਰ ਤੇ। ਤੇ ਕੋਈ ਵੀ ਤੁਹਾਡੇ ਵਿੱਚੋਂ ਕਿਸੇ ਦੀ ਪਿੰਡ ਦੀ ਕਿਸੇ ਬੰਦੇ ਨੇ ਪੁੱਛਿਆ, ਭਾਈ ਕਿੱਥੇ ਰਹਿਣਾ ਤੂੰ, ਤੇਰੇ ਘਰ ਆਉਣਾ ਹੋਵੇ, ਉਹ ਕਹਿੰਦਾ ਵੀ ਮੈਂ ਆ ਜਿਹੜਾ GT ਰੋਡ ਹੈ ਨਾ, ਇਹਦੇ ਤੇ ਕਈ ਸ਼ਹਿਰ ਆਉਂਦੇ ਆ, ਆ ਗੋਬਿੰਦਗੜ੍ਹ ਲੰਘੇਗਾ ਤੇ ਅੱਗੇ ਖੰਨਾ ਲੰਘ ਜੀ, ਦਰਾਹੇ ਨਾ ਐਨ ਸੜਕ ਦੇ ਉੱਤੇ ਹੀ ਮੇਰੀ ਕੋਠੀ ਹੈ। ਹੁਣ ਤੁਸੀਂ ਦੱਸੋ ਵੀ ਜੇ ਸੜਕ ਦੇ ਉੱਤੇ ਕੋਠੀ ਹੋਵੇ, ਬੱਸਾਂ ਲੰਘਣਗੀਆਂ, ਗੱਡੀਆਂ? ਫਿਰ ਤਾਂ ਮਕਾਨ ਹੀ ਹੋਊਗਾ ਨਾ ਉੱਥੇ। ਇਹ ਸ਼ਬਦ ਦੀ ਸ਼ਕਤੀ ਬਿਰਤੀ ਹੈ। ਸ਼ਕਤੀ ਬਿਰਤੀ ਕਹਿੰਦੀ ਹੈ ਵੀ ਮਕਾਨ ਉਹਦੇ ਐਨ ਸੜਕ ਦੇ ਉੱਤੇ ਹੈ, ਇਹਨੂੰ ਕਹਿੰਦੇ ਸ਼ਕਤੀ ਬਿਰਤੀ। ਲਖਣਾ ਬਿਰਤੀ ਕੀ ਹੈ? ਸ਼ਕਤੀ ਬਿਰਤੀ ਦਾ ਸੰਪੂਰਨ ਜਿਹੜਾ ਨਾ, ਉਹਦੇ ਬਾਚ ਅਰਥ ਦਾ ਸੰਪੂਰਨ ਤਿਆਗ, ਵੀ ਸੜਕ ਦੇ ਉੱਤੇ ਮਕਾਨ ਹੋ ਹੀ ਨਹੀਂ ਸਕਦਾ। ਉਸੇ ਸੰਬੰਧੀ ਕਾ ਗ੍ਰਹਿਣ, ਸੰਬੰਧੀ ਦਾ ਗ੍ਰਹਿਣ ਕੀ ਹੈ? ਸੜਕ ਦੇ ਕਿਨਾਰਾ ਜਿਹੜਾ ਇਹ ਉਹਦਾ ਸੰਬੰਧੀ ਹੈ, ਜਿਹੜਾ ਸ਼ਬਦ ਕਿਹਾ। ਤੇ ਇਸ ਕਰਕੇ ਲਖਣਾ ਬਿਰਤੀ ਦੁਆਰਾ ਜਾਣਿਆ ਵੀ ਉਹ ਕਿਨਾਰੇ ਦੇ ਉੱਤੇ ਮਕਾਨ ਹੈ। ਐਂ ਪ੍ਰਮਾਤਮਾ ਲਖਣਾ ਬਿਰਤੀ ਦੁਆਰਾ ਜਾਣ ਹੁੰਦਾ ਹੈ। ਆਪੇ ਤਤਪਦ ਦਾ, ਆਪੇ ਤੂੰ ਪਦ ਦਾ ਸੰਬੋਧਨ ਕੀਤਾ ਹੋਇਆ ਹੈ, ਜੋ ਉਹਦਾ ਲਕਸ਼ ਭਾਗ ਲਖਣਾ ਬਿਰਤੀ ਦੁਆਰਾ ਤਿਆਗ ਕੇ, ਭਾਗ ਤਿਆਗ ਲਕਸ਼ਣ ਕਹਿੰਦੇ ਨੇ ਉਹਨੂੰ, ਤੇ ਉਹਦਾ ਆਪਣਾ ਤੂੰ ਪਦ ਦਾ ਲਖ ਅਰਥ ਰੂਪ, ਉਸੇ ਪ੍ਰਕਾਰ ਦਾ ਤਤਪਰ ਦਾ ਲਖ ਅਰਥ ਰੂਪ ਹੈ ਕਿ ਉਹ ਬ੍ਰਹਮ ਹੈ, ਆਪਣੇ ਸੁੱਧ ਸਰੂਪ ਨੂੰ ਜਾਣਦਾ ਹੈ। ਤਤਪਦ ਦਾ ਭਾਵ ਈਸ਼ਰ ਪਦ, ਮਾਇਆ ਵਾਲਾ, ਬਾਚ ਅਰਥ ਨੂੰ ਛੱਡ ਕੇ, ਜੀਵ ਦਾ ਅਲਪਗ ਬਣਾ, ਬਾਜ ਅਰਥ ਦਾ ਛੱਡ ਕੇ ਸੁੱਧ ਸਰੂਪ ਪਰਮੇਸ਼ਰ ਦਾ, ਉਸੇ ਦਾ ਗ੍ਰਹਿਣ ਕਰਨਾ ਕਿ ਪਰਮੇਸ਼ਰ ਹੈ, ਉਹ ਵਾਸਤ ਰੂਪ ਹੈ ਸਾਰਿਆਂ ਦੇ ਅੰਦਰ। ਲਖਣਾ ਬਿਰਤੀ ਦੁਆਰਾ ਜਾਣ ਹੁੰਦਾ ਹੈ, ਇਸ ਕਰਕੇ ਸ਼ਕਤੀ ਬਿਰਤੀ ਦੁਆਰਾ ਨਹੀਂ ਜਾਣ ਹੁੰਦਾ। ਤੇ ਮਹਾਰਾਜ ਸਾਹਿਬ ਜੀ ਫਿਰ ਇਹਦਾ ਸਾਰੀ ਪੌੜੀ ਦਾ ਜਿਹੜਾ ਸਿਧਾਂਤ ਹੈ, 22ਵੀਂ ਪੌੜੀ ਦਾ ਮੁੱਖ ਭਾਵ, ਇਹ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਜੋ ਫਰਮਾਨ ਕੀਤਾ ਵੀ ਪਤਾਲਾਂ ਤੇ ਆਕਾਸ਼ਾਂ ਦਾ ਕੋਈ ਓੜਕ ਪਾ ਨਹੀਂ ਸਕਿਆ। ਆਕਾਸ਼ਾਂ ਦਰ ਆਕਾਸ਼, ਪਤਾਲਾਂ ਦਰ ਪਰਾਰ ਹਨ। ਅੰਤ
ਭਾਲਣ ਵਾਲੇ ਉਹਨਾਂ ਦਾ ਅੰਤ ਹੀ ਹੋ ਗਿਆ। ਓੜਕ ਓੜਕ ਭਾਲ ਨਾ ਓੜਕ ਪਾਇਆ, ਓੜਕ ਭਾਲਣ ਗਏ ਸੇ ਫੇਰ ਨਾ ਆਇਆ। ਤੋ ਇਸ ਕਰਕੇ ਵੇਦ ਵੀ ਇੱਕੋ ਹੀ ਗੱਲ ਕਹਿੰਦੇ ਨੇ, ਬੇਅੰਤ ਹੈ ਬੇਅੰਤ ਹੈ। ਮੁਸਲਮਾਨਾਂ ਦੇ 18,000 ਆਲਮ, 4 ਕਿਤਾਬਾਂ ਕੁਰਾਨ, ਜ਼ੀਲ, ਤੌਰੇ ਤੇ ਜ਼ਬੂਰ, ਉਹ ਵੀ ਕਥਨ ਕਰਦੀਆਂ ਨੇ ਇੱਕ ਖੁਦਾਈ ਹੈ, ਅਸਲ ਵਿੱਚ ਇੱਕ ਪਰਮਾਤਮਾ ਹੀ ਹੈ। ਉਹ ਤੋਂ ਇਲਾਵਾ ਹੋਰ ਕੋਈ ਰਚਨਾ ਜਿਹੜੀ ਹੈ ਦਿਸ ਰਹੀ ਹੈ, ਇਹ ਕੁਝ ਵੀ ਨਹੀਂ, ਉਹਦਾ ਰੂਪ ਹੀ ਹੈ। ਉਹ ਸਭ ਕੁਝ ਧਾਤ ਜਿਹੜੀ ਦਿਸ ਰਹੀ ਹੈ ਸਾਨੂੰ ਹੈ ਕਿ ਧਾ ਜਾਣ ਵਾਲੀ, ਗਹਿਣੇ ਦੀ ਤਰ੍ਹਾਂ ਨਾਸ, ਨਾਮ ਨਾਸ ਹੋ ਗਿਆ ਜਿਵੇਂ ਗਹਿਣੇ ਦਾ। ਉਹਦਾ ਲੇਖਾ ਤਾਂ ਲਿਖੀਏ ਜੇ ਕਿਸੇ ਕੋਲ ਉਹਦਾ ਲੇਖਾ ਕੀਤਾ ਜਾਵੇ, ਕੋਈ ਲੇਖਾ ਲਿਖ ਸਕਦਾ ਹੋਵੇ। ਲਿਖਣ ਵਾਲੇ ਦਾ ਆਪਣਾ ਜੀਵਨ ਸਮਾਪਤ ਹੋ ਜਾਂਦਾ ਹੈ। ਉਹ ਵਾਹਿਗੁਰੂ ਵੱਡਾ ਕਹੀਦਾ ਹੈ, ਜੋ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਇਸ ਪੌੜੀ ਦੇ 82 ਅੱਖਰਾਂ ਦੇ ਵਿੱਚ ਮਹਾਰਾਜ ਸਾਹਿਬ ਨੇ ਇਹ ਬ੍ਰਹਮ ਗਿਆਨ ਕਥਨ ਕੀਤਾ ਤੇ ਇੱਥੇ ਹੁਣ ਸਮਾਪਤੀ ਹੁੰਦੀ ਹੈ। ਭੁੱਲਾਂ ਚੁੱਕਾਂ ਜੀ ਸਤਿਗੁਰੂ ਖਿਮਾ ਕਰ। ਲਿਖਾ ਹੋਏ ਤਾਂ ਲਿਖੀਐ, ਲਿਖਿਆ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।